ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। ਸਿੱਧੀ ਫਲਾਈਟ ਟੋਰਾਂਟੋ ਟੂ ਸ਼ਹਿਰ ਅੰਮ੍ਰਿਤਸਰ ਭਾਊ ਜੀ ਸਾਡੇ ਨਾਲ ਹਾਜ਼ਰ ਹੋ ਚੁੱਕੇ ਨੇ। ਭਾਊ ਜੀ ਬਹੁਤ ਬਹੁਤ ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ। ਮੇਰੇ ਵੱਲੋਂ ਵੀ ਆਪ ਜੀ ਦੇ ਸਾਰੇ ਸਰੋਤਿਆਂ ਦੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਜੀ। ਕੀ ਹਾਲ ਚਾਲ ਅੰਮ੍ਰਿਤਸਰ ਦਾ? ਦਿੱਲੀ ਤੋਂ ਕੈਨੇਡਾ ਦੀਆਂ ਫਲਾਈਟਾਂ ਤਾਂ ਬੰਦ ਹੋ ਰਹੀਆਂ ਤੇ ਤੁਸੀਂ ਫਲਾਈਟ ਤੇ ਆ ਰਹੇ ਹੋ। ਨਾ ਭੱਟੀ ਸਾਹਿਬ ਦੇਖੋ ਤੁਹਾਨੂੰ ਨਵਾਂ ਸੁਣਾਉਂਦਾ। ਵੈਨਕੂਵਰ ਤੋਂ ਦਿੱਲੀ ਬੰਦ ਆ, ਟੋਰਾਂਟੋ ਤੋਂ ਦਿੱਲੀ ਨਹੀਂ ਬੰਦ। ਚਲੋ ਜੀ ਉਹ ਤਾਂ ਚਲੋ ਹਾਂਜੀ ਕੈਨੇਡਾ ਦੀ ਗੱਲ ਕੀਤੀ ਹੈ ਜੀ, ਮੈਂ ਨਾ ਟੋਰਾਂਟੋ ਦੀ ਗੱਲ ਕੀਤੀ ਨਾ ਵੈਨਕੂਵਰ ਦੀ ਗੱਲ ਕੀਤੀ ਹੈ। ਦੇਖੋ ਜੀ ਅਸੀਂ ਤਾਂ ਫਿਰ ਵੀ ਤੁਹਾਡੇ ਸ਼ਹਿਰ ਦੇ ਵਿੱਚ ਆ ਸਕਦੇ ਆ। ਬਿਲਕੁਲ ਬਿਲਕੁਲ ਜੀ। ਮੈਂ ਗੱਲ ਕਰ ਰਿਹਾ ਸੀ ਆਪਣੇ ਯਾਰ ਦੋਸਤ ਨਾਲ, ਮੈਂ ਕਿਹਾ ਮੈਂ 3 ਕੇ 4 ਸਾਲ ਉੱਥੇ ਬਿਤਾਏ ਆਪਣੇ ਖਾਲਸਾ ਕਾਲਜ ਪਬਲਿਕ ਸਕੂਲ ਜਿੱਥੇ ਕੋਟ ਖਾਲਸਾ ਦੇ ਬਿਲਕੁਲ ਸਾਹਮਣੇ। ਮੈਂ ਕਿਹਾ ਯਾਰ ਗੋਰਿਆਂ ਦਾ ਬਦਲਾ ਯਾਰ ਮੇਰੇ ਤੇ ਬਹੁਤ ਲਿੱਤਾ। ਉਦੋਂ ਤਾਂ ਸੋਟੀਆਂ ਲੈ ਕੇ ਮਾਰਦੇ ਹੁੰਦੇ ਸੀ। ਮੈਂ ਕਿਹਾ ਬਟ ਉਹ ਮਾਰ ਨੇ ਅੱਜ ਮੈਨੂੰ ਪੰਜਾਬੀ ਬੋਲਣੀ ਸਿਖਾਤੀ। ਸੋ ਖਾਲਸਾ ਕਾਲਜ ਪਬਲਿਕ ਸਕੂਲ ਦਾ ਬਹੁਤ ਬਹੁਤ ਧੰਨਵਾਦ। ਜੀ 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 ਜੀ। ਭੱਟੀ ਸਾਹਿਬ ਗੱਲਬਾਤ ਕਰਦੇ ਆ ਕਿ ਬਹੁਤ ਦੁੱਖ ਵਾਲੀ ਖਬਰ ਹੈ ਕਿ ਜਦੋਂ ਸੰਦੀਪ ਅੰਬੀਆਂ ਦਾ ਜਦੋਂ ਪਹਿਲਾ ਖਬਰ ਆਈ ਕਿ ਗੋਲੀ ਵੱਜੀ ਕਬੱਡੀ ਖੇਤਰ ਦੇ ਵਿੱਚ ਇੱਕ ਨਾਮਵਾਰ ਖਿਡਾਰੀ, ਉਸ ਤੋਂ ਬਾਅਦ ਫਿਰ ਇੱਕ ਹੋਰ ਕਬੱਡੀ ਖਿਡਾਰੀ ਧਰਮਿੰਦਰ ਦੇ ਪਰਿਵਾਰ ਨੂੰ ਸਿੱਧੂ ਸਾਹਿਬ ਮਿਲੇ। ਇਹ ਵੀ ਕਾਫੀ ਦੁੱਖ ਵਾਲੀ ਖਬਰ ਹੈ ਜੀ ਕਿ ਸਪੋਰਟਸ ਨੂੰ ਲੈ ਕੇ ਹੁਣ ਗੈਂਗਸਟਰਸ ਵੀ ਸ਼ਾਮਲ ਹੋ ਰਹੇ ਨੇ ਜੀ। ਜਿੱਥੋਂ ਤੱਕ ਪਹਿਲੀ ਗੱਲ ਤੇ ਆਪਾਂ ਗੱਲ ਕੀ ਕਬੱਡੀ ਖਾਈ ਧਰਮਿੰਦਰ ਦੀ, ਇਹ ਖਿਡਾਰੀਆਂ ਦੇ ਕਤਲ ਕਿਉਂ ਹੋ ਰਹੇ? ਰਾਈਟ। ਕੱਲ ਪਿੰਡ ਗਜ਼ਨ ਦੇ ਵਿੱਚ ਵਾਲੀਬਾਲ ਦਾ ਖਿਡਾਰੀ ਸੀ, ਉਹ ਖੇਡ ਕੇ ਘਰ ਜਾ ਰਿਹਾ ਤੇ ਉਹਦੇ ਤੇ ਗੋਲੀ ਚੱਲੀ। ਹਾਲੀ ਕੋ ਉਹ ਫੱਟੜ ਹਾਲਤ ਦੇ ਵਿੱਚ ਕਿਸੇ ਹਸਪੀਟਲ ਪ੍ਰਾਈਵੇਟ ਚ ਪਿਆ, ਭਾਵੇਂ ਉਹਦੀ ਜਿਹੜੀ ਆ ਉਹ ਖਤਰੇ ਤੋਂ ਬਾਹਰ ਆ, ਲੇਕਿਨ ਗੋਲੀ ਕੋਈ ਚੱਲੀ, ਉਹਦਾ ਕਿਸੇ ਨੇ ਵਿਆਹ ਹੀ ਨਹੀਂ। ਪਰਿਵਾਰ ਵਾਲੇ ਕਹਿੰਦੇ ਸਾਡੀ ਕਿਸੇ ਦੁਸ਼ਮਣੀ ਕੋਈ ਨਹੀਂ ਹੈਗੀ। ਇਹਦਾ ਮਤਲਬ ਖਿਡਾਰੀਆਂ ਨੂੰ ਚੁਣ ਕੇ ਖਤਮ ਕੀਤਾ ਜਾ ਰਿਹਾ। ਅੱਜ ਜਿਹੜੇ ਗੈਂਗਸ ਨੇ ਉਹ ਫੈਸਲਾ ਕਰਦੇ ਜੇਲ੍ਹਾਂ 'ਚ ਬੈਠੇ ਵੀ ਕਿਹਨੇ ਕਬੱਡੀ ਖੇਡਣੀ ਤੇ ਕਿਹਨੇ ਨਹੀਂ ਖੇਡਣੀ। ਜਿਹੜਾ ਉਹਨਾਂ ਦੇ ਹੁਕਮਾਂ ਦੀ ਉਲੰਘਣਾ ਕਰਦਾ ਫਿਰ ਉਹਦੇ ਨਾਲ ਇਹੋ ਜਿਹਾ ਸਲੂਕ ਕੀਤਾ ਜਾਂਦਾ। ਜੇ ਸੰਦੀਪ ਨੰਗਲ ਅੰਬੀਆਂ ਦੀ ਗੱਲ ਕੀਤੀ ਜਾਵੇ ਤੇ ਉਹਦਾ ਵੀ ਇਹੋ ਕੁਛ ਨਿਕਲਿਆ ਬਾਹਰ ਆਇਆ ਕਿ ਉਹ ਗੈਂਗਸ ਨਹੀਂ ਚਾਹੁੰਦੇ ਸੀ ਵੀ ਉੱਥੇ ਆਪਣੀ ਜਿਹੜੀ ਸੀ ਟੂਰਨਾਮੈਂਟ ਕਰਾਵੇ। ਇੱਕ ਹੋਰ ਦਾ ਨਾਂ ਉਹਦਾ ਸੀ, ਦੇਖੋ ਨੇ ਸਪਸ਼ਟੀਕਰਨ ਦਿੱਤਾ ਵੀ ਮੇਰਾ ਕੋਈ ਰੋਲ ਨਹੀਂ ਗਾ, ਮੇਰੀ ਫੈਡਰੇਸ਼ਨ ਵੱਖਰੀ ਹੈ। ਲੇਕਿਨ ਮੇਰਾ ਕਹਿਣ ਤੋਂ ਭਾਵ ਵੀ ਧਰਮਿੰਦਰ ਦਾ ਹੁਣ ਜਿਹੜਾ ਕਤਲ ਹੋਇਆ ਯੂਨੀਵਰਸਿਟੀ ਪਟਿਆਲਾ ਦੇ ਸਾਹਮਣੇ, ਮੰਦਭਾਗੀ ਗੱਲ ਆ। ਇਹਦੀ ਥੋਰੋਲੀ ਜਾਂਚ ਹੋਣੀ ਚਾਹੀਦੀ ਆ ਤੇ ਕਾਰਨ ਕੀ ਆ, ਹੈਗਾ ਕੀ ਹੈ। ਲੇਕਿਨ ਕੱਲ ਇੱਕ ਅਖਬਾਰ ਨੇ ਬੜਾ ਆਰਟੀਕਲ ਛਾਪਿਆ ਸੀ ਬਕਾਇਦਾ ਤੌਰ ਤੇ ਜੀ ਵੀ ਤਿਹਾੜ ਜੇਲ੍ਹ 'ਚ ਲੋਕ ਬੈਠੇ ਨੇ, ਹੋਰ ਕੀ ਜੇਲ੍ਹਾਂ 'ਚ ਬੈਠੇ ਨੇ, ਉਹਨਾਂ ਨਾਂ ਲੈ ਨੇ ਕਿਹੜਾ ਗੈਂਗਸ ਸੀਗਾ ਜਿਹੜੇ ਇਹ ਕਬੱਡੀ ਜਿਹੜੇ ਆ ਟੂਰਨਾਮੈਂਟ ਉਹਨਾਂ ਨੂੰ ਰੋਜ਼ਤ ਉੱਥੋਂ ਕਰ ਰਹੇ ਨੇ। ਕਿਹੜਾ ਖੇਡੂਗਾ, ਕਿਹੜੀ ਟੀਮ ਕਿੰਨਾ ਖੇਡੇਗੀ, ਉਹ ਟਾਈਮ ਟੇਬਲ ਬਣਾ ਰਹੇ ਨੇ, ਟੂਰਨਾਮੈਂਟ ਉਹ ਖਿਡਾ ਰਹੇ ਨੇ। ਸਾਡੀਆਂ ਸਰਕਾਰਾਂ ਕਿੱਥੇ ਨੇ? 5 ਸਾਲ ਸੁਖਜਿੰਦਰ ਸੁਖੀ ਜਿਹੜੇ ਪੰਜਾਬ ਦੇ ਜੇਲ੍ਹ ਜਿਹੜੇ ਰਹੇ ਮੰਤਰੀ ਰਹੇ ਨੇ, ਬੜੇ ਦਾਅਵੇ ਕੀਤੇ ਜੀ ਜੇਲ੍ਹਾਂ 'ਚ ਸੁਧਾਰ ਕਰ ਦਿਆਂਗੇ, ਸੁਧਾਰ ਕਰ ਬਣਾ ਦਿਆਂਗੇ, ਮੋਬਾਈਲ ਨਹੀਂ ਜਾਣਗੇ, ਉੱਥੇ ਨਸ਼ੇ ਨਹੀਂ ਜਾਣਗੇ, ਸਭ ਕੁਛ ਜਾ ਰਿਹਾ। ਅੱਜ ਵੀ ਕਹਿੰਦੇ ਆ ਵੀ ਜਿਹੜਾ ਨਸ਼ਾ ਤੁਹਾਨੂੰ ਬਾਹਰ ਨਹੀਂ ਮਿਲਦਾ ਉਹ ਤੁਹਾਨੂੰ ਪੈਸੇ ਖਰਚੋ ਜੇਲ੍ਹ ਤੋਂ ਆਸਾਨੀ ਨਾਲ ਮਿਲ ਜਾਂਦਾ। ਉਹ ਕਿਵੇਂ ਜਾਂਦੇ ਰਹਿੰਦਾ? ਹੁਣ ਧਰਮਿੰਦਰ ਜਿਹੜਾ ਵਾ, ਇਹਨਾਂ ਦੇ ਪਿੰਡ ਬਕਾਇਦਾ ਤੌਰ ਤੇ ਨਵਜੋਤ ਸਿੰਘ ਸਿੱਧੂ ਉਹ ਪੁੱਜੇ ਨੇ, ਲੰਘ ਗਏ ਸੱਪ ਦੀ ਲਕੀਰ ਨੂੰ ਕੁੱਟ ਰਹੇ ਨੇ ਸਿੱਧੂ ਸਾਹਿਬ। ਜੇ ਕਿਤੇ ਇਲੈਕਸ਼ਨ ਤੋਂ ਪਹਿਲਾਂ ਇੰਨੀ ਮਿਹਨਤ ਕੀਤੀ ਹੁੰਦੀ ਸਿੱਧੂ ਸਾਹਿਬ, ਨਾ ਤੁਸੀਂ ਆਪ ਹਰਦੇ ਤੇ ਨਾ ਕਾਂਗਰਸ ਇੰਨੀ ਬੁਰੀ ਤਰ੍ਹਾਂ ਹਾਰਦੀ। ਅੱਜ ਤੁਸੀਂ ਡੋਰ ਟੂ ਡੋਰ ਜਾ ਰਹੇ ਹੋ, ਚੰਗੀ ਗੱਲ ਆ। ਜੇ ਬਚਾਉਣਾ ਕਾਂਗਰਸ ਨੂੰ ਤੁਹਾਨੂੰ ਕੁਛ ਕਰਨਾ ਪਊ। ਉਹਦੇ ਘਰ ਜਾ ਕੇ ਇੰਨੀ ਗੱਲ ਕਹੀ ਆ, ਧਰਮਿੰਦਰ ਸਿੰਘ ਢਿੰਡਾ ਦੇ ਘਰ ਜਿਹੜੀ ਗੋਲੀ ਵੱਜੀ ਆ ਉਹਦੇ ਘਰ ਜਾ ਕੇ ਕਿਹਾ ਭਾਈ ਇਹ ਮੇਰੀ ਆਖਰੀ ਆ ਅਲਟੀਮੇਟਮ ਸਰਕਾਰ ਨੂੰ। ਜੇ ਸਰਕਾਰ ਨੇ ਖਿਡਾਰੀਆਂ ਦੀ ਸੁਰੱਖਿਆ ਨੂੰ ਯਕੀਨੀ ਨਾ ਬਣਾਇਆ ਤਾਂ ਫਿਰ ਸਮਝ ਲਓ ਸਿੱਧੂ ਕੋਈ ਸਖਤ ਐਕਸ਼ਨ ਕਰਨ ਲਈ ਮਜਬੂਰ ਹੋਊਗਾ ਤੇ ਜਿਹਦੇ ਸਿੱਟੇ ਜਿਹੜੇ ਉਹ ਫਿਰ ਸਰਕਾਰ ਭੁਗਤਣ ਲਈ ਤਿਆਰ ਰਹੇ।
ਉਹਨੇ ਕਿਹਾ ਮੇਰੀ ਪਗੜੀ ਜਿਹੜੀ ਆ ਉਹ ਤੁਹਾਡੀ ਪਗੜੀ ਮੇਰੀ ਪਗੜੀ ਹੈ, ਮੈਂ ਤੁਹਾਡੀ ਨਹੀਂ ਆਪਣੀ ਪਗੜੀ ਦੀ ਰਾਖੀ ਕਰੂੰਗਾ। ਇਸ ਕਰਕੇ ਉਹਨਾਂ ਅਲਟੀਮੇਟਮ ਦੇ ਦਿੱਤਾ ਕਿ ਮੇਰਾ ਆਖਰੀ ਅਲਟੀਮੇਟਮ ਆ ਮਾਨ ਸਰਕਾਰ ਨੂੰ। ਤੇ ਮਾਨ ਸਰਕਾਰ ਨੂੰ ਜਦੋਂ ਅੱਜ 22 ਦਿਨ ਬਣਿਆ ਨੂੰ ਹੋ ਗਏ ਤੇ 22 ਕਤਲ ਹੋ ਗਏ। ਬੜੇ ਅਫਸੋਸ ਦੀ ਗੱਲ, ਜਿਨ੍ਹਾਂ ਦੇ ਜੀ ਘਰੋਂ ਚਲੇ ਗਏ ਉਹਨਾਂ ਨੂੰ ਪੁੱਛ ਕੇ ਵੇਖੋ ਮਾਨ ਸਾਹਿਬ, ਤੁਸੀਂ ਜਾ ਕੇ ਹਿਮਾਚਲ ਝੂਟੇ ਲੈ ਰਹੇ ਹੋ, ਤੁਹਾਡਾ ਜਿਹੜਾ ਹੈਲੀਕਾਪਟਰ ਤੁਸੀਂ ਵਰਤਿਆ ਪੰਜਾਬ ਦਾ ਉਹਦੇ ਤੇ ਵੀ ਕਿੰਤੂ ਪਰੰਤੂ ਹੋ ਰਿਹਾ। ਕੱਲ ਨੂੰ ਸ਼ਾਇਦ ਕੋਈ ਹਾਈਕੋਰਟ ਵੀ ਚਲੇ ਜਾਏ ਵੀ ਜਦੋਂ ਪੰਜਾਬ ਸਰਕਾਰ ਦਾ ਤੁਸੀਂ ਕੰਮ ਕੋਈ ਕੀਤਾ ਨਹੀਂ ਤੇ ਹੈਲੀਕਾਪਟਰ ਕਿਉਂ ਹਿਮਾਚਲ 'ਚ ਗਿਆ। ਕੇਜਰੀਵਾਲ ਨੂੰ ਨਾਲ ਲੈ ਕੇ ਤੁਸੀਂ ਹਿਮਾਚਲ 'ਚ ਆਪਣੇ ਚੋਣ ਪ੍ਰਚਾਰ ਵਾਸਤੇ ਗਏ ਹੋ, ਚੋਣ ਪ੍ਰਚਾਰ ਵਾਸਤੇ ਤੁਸੀਂ ਹੈਲੀਕਾਪਟਰ ਨਹੀਂ ਵਰਤ ਸਕਦੇ ਆਪਣਾ। ਇਸ ਕਰਕੇ ਉਹ ਵੀ ਮੁੱਦਾ ਬਣਨਾ ਅਜੇ। ਮਾਨ ਸਾਹਿਬ ਨੇ ਜਿੰਨੇ ਵੀ ਇਸ ਵੇਲੇ ਫੈਸਲੇ ਲਏ ਆ, ਇੱਕ ਵੀ ਫੈਸਲਾ ਇੰਪਲੀਮੈਂਟ ਹੁੰਦਾ ਜਿਹੜਾ ਉਹ ਦਿਸ ਨਹੀਂ ਰਿਹਾ। ਜੇ ਏਦਾਂ ਚੱਲਦਾ ਰਿਹਾ ਤੇ ਮਾਨ ਸਾਹਿਬ ਤੁਹਾਡੇ ਲਈ ਔਖਾ ਨਹੀਂ, ਬਹੁਤ ਔਖਾ ਹੋ ਜਾਊਗਾ। ਪੰਜਾਬ ਦੇ ਲੋਕ ਬਾਕੀ ਸਟੇਟਾਂ ਨੂੰ ਜ਼ਿਆਦਾ ਅਵੇਅਰ ਆ। ਇਸ ਕਰਕੇ ਜਿਹੜਾ ਅਲਟੀਮੇਟਮ ਦੇ ਦਿੱਤਾ ਸਿੱਧੂ ਸਾਹਿਬ ਨੇ, ਉਹਨਾਂ ਦੀ ਕੋਈ ਸੋਚ ਨਹੀਂ ਦਿੱਤਾ ਕਿ ਧਰਮਿੰਦਰ ਦੇ ਪਰਿਵਾਰ ਨਾਲ ਉਹਨਾਂ ਦੀ ਸਹਾਨੂਭੂਤੀ ਆ, ਹਮਦਰਦੀ ਆ। ਜੋ ਹੋ ਗਿਆ ਤੇ ਕੁਝ ਕਰ ਨਹੀਂ ਸਕਦੇ, ਲੇਕਿਨ ਉਹਨਾਂ ਦੇ ਪਰਿਵਾਰ ਦੀ ਮਦਦ ਵੀ ਕਰਨਗੇ ਜੀ, ਇਨਸਾਫ ਵੀ ਦੇਣਗੇ, ਜਿਨ੍ਹਾਂ ਮਾਰਿਆ ਉਹਨਾਂ ਨੂੰ ਫੜਾਉਣਗੇ ਵੀ ਤੇ ਸਰਕਾਰ ਦੇ ਵੀ ਕੰਨ ਖਿੱਚਣਗੇ ਜੀ। 905 813 1320 905 813 1320 ਤੁਸੀਂ ਵੀ ਆਪਣੇ ਵਿਚਾਰ ਔਨ ਦੀ 에ਅਰ ਰੱਖ ਸਕਦੇ ਹੋ। ਅਗਰ ਤੁਸੀਂ ਕਾਲ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਹੁਣ ਕਾਲ ਕਰ ਸਕਦੇ ਹੋ 905 813 1320। ਸੁਖਬੀਰ ਸਿੰਘ ਬਾਦਲ ਨੇ ਕੀਤੀ ਬਿਕਰਮਜੀਤ ਸਿੰਘ ਮਜੀਠੀਆ ਦੇ ਨਾਲ ਜੇਲ੍ਹ ਦੇ ਵਿੱਚ ਮੁਲਾਕਾਤ। ਜੀਜਾ ਸਾਲਾ ਇਸ ਵੇਲੇ ਮਿਲੇ ਸਨ ਤੇ ਕੀ ਗੱਲਬਾਤ ਹੋਈ ਫਿਰ ਭੱਟੀ ਸਾਹਿਬ ਦੋਨਾਂ ਦੇ ਵਿੱਚ? ਵੇਖੋ ਗੱਲਬਾਤ ਜੇਲ੍ਹ 'ਚ ਕੀ ਹੋਣੀ ਹੈ। ਜੇਲ੍ਹ ਸੁਪਰਡੈਂਟ ਦੇ ਕਮਰੇ ਦੇ ਵਿੱਚ ਪੌਣਾ ਘੰਟਾ ਗੱਲ ਮੀਟਿੰਗ ਇਹਨਾਂ ਦੀ ਹੋਈ। ਅੱਛਾ। ਤੇ ਜੇ ਪੌਣਾ ਘੰਟਾ ਜੇ ਕਹਿੰਦੇ ਵੀ ਜੇਲ੍ਹ ਰੂਲ ਲਾਗੂ ਹੋਣਗੇ ਤੇ ਜੇਲ੍ਹ ਰੂਲ ਦੇ ਮੁਤਾਬਕ ਫਿਰ ਏਦਾਂ ਮੀਟਿੰਗ ਜਿਹੜਾ ਜੇਲ੍ਹ ਪ੍ਰਸ਼ਾਸਨ ਨਹੀਂ ਕਰਵਾ ਸਕਦਾ। ਬਾਕੀ ਕੈਦੀਆਂ ਦੀ ਜਿਵੇਂ ਜਾਲੀ ਹੁੰਦੀ ਆ, ਜਾਲੀ ਲੱਗੀ ਹੁੰਦੀ ਆ, ਵਿੱਚ 3 ਫੁੱਟ ਦਾ ਜਗ੍ਹਾ ਹੁੰਦੀ ਆ, ਉਦੋਂ ਦੂਰ ਤੁਸੀਂ ਗੱਲ ਕਰੋ ਉੱਚੀ ਉੱਚੀ, ਕਾਕਾ ਤੋਂ ਮੱਤੀ ਨਹੀਂ ਸੁਣਦਾ, ਕੱਖ ਨਹੀਂ ਹੁੰਦਾ। ਲੇਕਿਨ ਚਲੋ VIP ਨੇ, ਸੈਟਿੰਗ ਨੇ, ਇਸ ਕਰਕੇ ਉਹਨਾਂ ਮੁਲਾਕਾਤ ਦੀ ਸਾਬਕਾ ਡਿਪਟੀ ਮੁੱਖ ਮੰਤਰੀ ਨੇ ਕਰਾਤੀ, ਕੋਈ ਗੱਲ ਨਹੀਂ। ਲੇਕਿਨ ਬਾਹਰ ਆ ਕੇ ਸੁਖਬੀਰ ਸਿੰਘ ਨੇ ਕਿਹਾ ਕਿ ਜੇਲ੍ਹ ਦੇ ਵਿੱਚ ਸਭ ਅੱਛਾ ਨਹੀਂ, ਜਿਹੜਾ ਟ੍ਰੀਟ ਕੀਤਾ ਜਾ ਰਿਹਾ ਵਾ ਬਿਕਰਮ ਸਿੰਘ ਮਜੀਠੀਆ ਨਾਲ ਉਹ ਸਹੀ ਟ੍ਰੀਟ ਨਹੀਂ ਕੀਤਾ ਜਾ ਰਿਹਾ। ਉਹਨਾਂ ਕਿਹਾ ਕਿ ਇਹਦੀ ਲੋੜ ਪਈ ਤੇ ਅਸੀਂ ਅੱਗੇ ਵੀ ਆਵਾਜ਼ ਬੁਲੰਦ ਕਰਾਂਗੇ। ਲੇਕਿਨ ਬਿਕਰਮ ਸਿੰਘ ਮਜੀਠੀਆ ਦੀ ਹਮਦਰਦੀ ਲੈਣ ਵਾਸਤੇ, ਬਿਕਰਮ ਸਿੰਘ ਮਜੀਠੀਆ ਦੀ ਜਿਹੜੇ ਅਸੀਂ ਜਿਹੜੇ ਕੁਝ ਲੋਕਾਂ ਨੇ ਇੱਕ ਟੈਂਟ ਲਾਇਆ ਸੀ ਜੇਲ੍ਹ ਦੇ ਬਾਹਰ, ਤੇ ਜਿੰਨਾ ਚਿਰ ਮਜੀਠੀਆ ਸਾਹਿਬ ਬਾਹਰ ਨਹੀਂ ਆਉਂਦੇ ਜਿਹੜੇ ਇੱਥੇ ਅਸੀਂ ਪ੍ਰਚਾਰ ਕਰਾਂਗੇ ਉਹਨਾਂ ਦੇ ਹੱਕ ਦੇ ਵਿੱਚ, ਉਹ ਟੈਂਟ ਵੀ ਪੁੱਟੇ ਗਏ। ਹੁਣ ਹੋਰ ਕੋਈ ਨਹੀਂ ਗਿਆ। ਪਹਿਲੇ ਦਿਨ ਗਿਆ ਸੀ ਕੁਝ ਅਕਾਲੀ ਆਗੂ, ਮੁੜ ਕੇ ਕੋਈ ਨਹੀਂ ਗਿਆ। ਸੁਖਬੀਰ ਸਿੰਘ ਬਾਦਲ ਦੀ ਇਹ ਦੂਸਰੀ ਮੁਲਾਕਾਤ ਆ। ਪਹਿਲੀ ਮੁਲਾਕਾਤ ਉਹਨਾਂ ਆਪਣੀ ਪਤਨੀ ਦੇ ਨਾਲ ਜਿਹੜੀ ਕੀਤੀ ਤੇ ਸੁੱਚਾ ਸਿੰਘ ਦਾ ਜੇਲ੍ਹ ਸੁਪਰਡੈਂਟ ਦੇ ਘਰ ਜਾ ਕੇ ਪ੍ਰਸ਼ਾਦਾ ਵੀ ਛਕਿਆ ਸੀ, ਚਾਹ ਪਾਣੀ ਪੀਤਾ ਸੀਗਾ। ਉਸ ਟਾਈਮ ਤੇ ਸੁੱਚਾ ਸਿੰਘ ਜੋ ਪੁੱਛਿਆ ਗਿਆ ਸੀ ਵੀ ਤੁਸੀਂ ਇਹ ਕਿਵੇਂ ਕੀਤਾ, ਉਹ ਕਹਿੰਦੇ ਵੇਖੋ ਮੇਰੇ ਕੋਲੇ ਮੇਰਾ ਕੀ ਸਾਬਕਾ ਚੰਗੇ ਆਚਰਣ ਕੈਦੀ ਵੀ ਜਾਊਗੇ ਤੇ ਮੈਂ ਵੀ ਉਹ ਘਰ ਬਾਕੀ ਚਾਹ ਪੀਊਂਗਾ ਤੇ ਮੇਰੀ ਇਹ ਇੱਕ ਆਪਸੀ ਪਰਵਾਚਾਰੀ ਸਾਡੀ। ਬਾਕੀ ਜੋ ਉਹਨਾਂ ਜਾ ਕੇ ਜੇ ਕੋਰਟ 'ਚ ਕਿਹਾ ਵਾ ਜੇ ਉੱਥੋਂ ਲਈਏ ਤੇ ਫਿਰ ਸੁੱਚਾ ਸਿੰਘ ਜਿਹੜੇ ਬੜੇ ਸਖਤ ਅਫਸਰ ਲੱਗਦੇ ਨੇ, ਜਿਹਨਾਂ ਨੇ ਕਹਿ ਦਿੱਤਾ ਵੀ ਭਾਈ ਮਜੀਠੀਆ ਨੂੰ ਕੋਈ ਖਤਰਾ ਜੇਲ੍ਹ 'ਚ ਨਹੀਂ ਹੈਗਾ, ਜਿਹੜੀ ਕੋਠੜੀ 'ਚ ਬੰਦ ਕੀਤਾ ਵਾ ਉਹਦੇ ਲੋੜ ਪਈ ਤੇ ਮੈਂ ਬਾਹਰ ਮੰਜਾ ਡਾ ਕੇ ਬਹਿ ਜਾਊਂਗਾ ਉੱਥੇ। ਇਸ ਕਰਕੇ ਉਹਨਾਂ ਨੇ ਕੋਰਟ ਨੂੰ ਤਸੱਲੀ ਕਰਾਤੀ ਆ। ਤੇ ਬਿਕਰਮ ਸਿੰਘ ਮਜੀਠੀਆ ਦੀ ਤੇ ਸੁਖਬੀਰ ਸਿੰਘ ਬਾਦਲ ਦੀ ਗੱਲਬਾਤ ਹੋਈ, ਉਹਦੇ ਵਿੱਚ ਮੇਨ ਚੀਜ਼ ਇਹੋ ਹੀ ਹੋਈ ਆ ਕਿ ਭਾਈ ਚਿੰਤਾ ਨਾ ਕਰ, ਕੁਛ ਕਰ ਰਹੇ ਆ ਤੇਰੇ ਭਲੇ ਵਾਸਤੇ ਕਰਾਂਗੇ। ਹੁਣ ਭਲਾ ਕਦੋਂ ਹੁੰਦਾ ਇਹ ਨਹੀਂ ਪਤਾ ਜੀ। ਚੰਡੀਗੜ੍ਹ ਨੂੰ ਪੰਜਾਬ ਤੇ ਹਰਿਆਣੇ ਤੋਂ ਅਲੱਗ ਕਰਨ ਦਾ ਮਤਾ ਕੀਤਾ ਪਾਸ, ਕੀ ਖਬਰ ਹੈ ਜੀ ਭੱਟੀ ਸਾਹਿਬ? ਪਹਿਲੀ ਗੱਲ ਤੇ ਇਹ ਹੈ ਜੀ, ਪਹਿਲਾਂ ਨਹੀਂ ਆਪਾਂ ਗੱਲ ਕੀਤੀ ਸੀ ਜਿਹੜੀ ਕਾਹਲੀ ਚ ਇੱਕ ਸੈਸ਼ਨ ਬੁਲਾਇਆ ਸੀਗਾ ਸਾਡੇ ਮਾਨ ਸਾਹਿਬ ਨੇ, ਉਹ ਕਾਹਲੀ ਚ ਬੁਲਾਇਆ ਸੀ। ਕੁਝ ਕਾਂਗਰਸੀਆਂ ਵਿਰੋਧ ਵੀ ਕੀਤਾ ਸੀ ਵੀ ਤੁਸੀਂ ਕਾਹਲੀ ਚ ਬੁਲਾਇਆ।
ਫਿਰ April 1 ਫੂਲ ਦਾ ਵੀ ਕੀਤਾ ਸੀ ਕਿ 1 ਅਪ੍ਰੈਲ ਨੂੰ ਕਹਿੰਦੇ ਵੀ April ਫੂਲ ਕਰਿਆ ਜਾਂਦਾ ਵਾ। ਅੱਛਾ, ਤੁਸੀਂ ਸਮਝ April ਫੂਲ ਨਹੀਂ ਬਣਾ ਰਹੇ, ਉਹ ਵਾਕਈ April ਫੂਲ ਵਾਲੀ ਗੱਲ ਬਣ ਗਈ ਹੈ। ਜਿਹੜੇ ਚੰਡੀਗੜ੍ਹ ਤੇ ਤੁਸੀਂ ਆਪਣਾ ਦਾਅਵਾ ਠੋਕ ਰਿਹਾ ਸੀ, ਜਿਹੜੇ ਚੰਡੀਗੜ੍ਹ ਨੂੰ ਤੁਸੀਂ ਕਹਿ ਰਹੇ ਸੀ ਕਿ ਭਾਈ ਇਹ ਚੰਡੀਗੜ੍ਹ ਜਿਹੜੇ ਕਾਨੂੰਨ ਕੇਂਦਰ ਦੇ ਲਾਗੂ ਕੀਤੇ ਵਾਪਸ ਕੀਤੇ ਜਾਣ, ਕੱਲ ਮਿਊਨਿਸਪੈਲਿਟੀ ਚੰਡੀਗੜ੍ਹ ਦੀ ਜਿਹੜੀ ਉੱਥੋਂ ਦੀ ਮਿੰਨੀ ਸਰਕਾਰ ਆ, ਉਹਨੇ ਇੱਕ ਮਤਾ ਪਾਸ ਕਰ ਦਿੱਤਾ ਵੀ ਭਾਈ ਚੰਡੀਗੜ੍ਹ ਜਿਹੜਾ ਨਾ ਪੰਜਾਬ ਦਾ ਤੇ ਨਾ ਹਰਿਆਣੇ ਦਾ, ਚੰਡੀਗੜ੍ਹ ਯੂਨੀਅਨ ਟੈਰੀਟਰੀ ਹੈ ਤੇ ਇੱਥੇ ਬਕਾਇਦਾ ਦਿੱਲੀ ਵਾਂਗੂ ਜਾਂ ਬਾਕੀ ਯੂਨੀਅਨ ਟੈਰੀਟਰੀ ਵਾਂਗੂ ਬਕਾਇਦਾ ਤੌਰ ਤੇ ਸਰਕਾਰ ਬਣਨੀ ਚਾਹੀਦੀ ਹੈ, ਜਿਹਦਾ ਆਮ ਆਦਮੀ ਪਾਰਟੀ ਨੇ ਵਿਰੋਧ ਵੀ ਕੀਤਾ। ਲੇਕਿਨ ਜਿਹੜੇ BJP ਵਾਲੇ ਸੀ ਉਹਨਾਂ ਨੇ ਕਹਿ ਦਿੱਤਾ ਵੀ ਸਰਕਾਰ ਬਣਨੀ ਚਾਹੀਦੀ। ਇਸ ਤੋਂ ਪਹਿਲਾਂ ਜਿਹੜੇ ਚੰਡੀਗੜ੍ਹ ਦੇ ਪ੍ਰਧਾਨ ਨੇ ਭਾਜਪਾ ਦੇ, ਉਹ ਵੀ ਪ੍ਰੈਸ ਨੂੰ ਕਰਕੇ ਕਹਿ ਚੁੱਕੇ ਆ ਵੀ ਚੰਡੀਗੜ੍ਹ ਯੂਨੀਅਨ ਟੈਰੀਟਰੀ ਹੈ ਤੇ ਇੱਥੇ ਬਕਾਇਦਾ ਤੌਰ ਤੇ ਚੋਣਾਂ ਕਰਾ ਕੇ ਤੇ ਸਰਕਾਰ ਬਣਾਈ ਜਾਵੇ ਜਿਵੇਂ ਬਾਕੀ ਯੂਨੀਅਨ ਟੈਰੀਟਰੀ ਸਰਕਾਰ ਹੈਗੀ ਹੈ। ਇਹਦਾ ਮਤਲਬ ਵੀ ਹੁਣ ਲੱਗਦਾ ਵੀ ਜਿਹੜਾ ਚੰਡੀਗੜ੍ਹ ਪੰਜਾਬ ਤੇ ਹਰਿਆਣੇ ਦੇ ਹੱਥਾਂ 'ਚੋਂ ਖਿਸਕਦਾ ਜਾ ਰਿਹਾ। ਵੈਸੇ ਵੀ ਚਾਵਲਾ ਸਾਹਿਬ ਦੋਵਾਂ ਸਟੇਟਾਂ ਦੀ ਕੋਈ ਇੰਟਰਸਟ ਰਿਹਾ ਚੰਡੀਗੜ੍ਹ 'ਚ ਰਿਹਾ ਨਹੀਂ ਸੀ, ਕਿਉਂਕਿ ਹਰਿਆਣੇ ਨੇ ਆਪਣੀ ਜਿਹੜੀ ਰਾਜਧਾਨੀ ਸੀ ਉਹ ਪੰਚਕੂਲਾ ਡਿਵੈਲਪ ਕਰ ਲਈ ਤੇ ਪੰਜਾਬ ਨੇ ਮੋਹਾਲੀ ਕਰ ਲਈ। ਜਿੰਨੇ ਸ਼ਿਸ਼ਪਾ ਫਾਰਮ ਵਗੈਰਾ ਹੈਗੇ, ਜਿੰਨੇ ਹੋਟਲ ਵੱਡੇ ਵੱਡੇ ਬਣੇ ਨੇ ਉੱਥੇ ਸੁੱਖ ਵਿਲਾਸ ਵਰਗੇ, ਉਹ ਮੋਹਾਲੀ ਦੇ ਵਿੱਚ ਹੀ ਬਣੇ, ਨਾ ਕਿ ਚੰਡੀਗੜ੍ਹ 'ਚ ਬਣੇ ਨੇ। ਇਸ ਕਰਕੇ ਸਾਡੀਆਂ ਪਾਰਟੀਆਂ ਨੇ ਤੇ ਪਹਿਲਾਂ ਹੀ ਫੈਸਲਾ ਕਰ ਲਿਆ ਸੀ ਭਾਈ ਅਸੀਂ ਤੇ ਜਿਹੜਾ ਉੱਥੇ ਗਾਂ ਜਾਣਾ ਹੀ ਨਹੀਂ ਗਾ, ਇੱਥੇ ਅਸੀਂ ਆਪਣਾ ਸਭ ਕੁਛ ਕਰ ਲੈਣਾ ਵਾ। ਤੇ ਉਹਨਾਂ ਨੇ ਮਤਾ ਪਾਸ ਕਰ ਦਿੱਤਾ ਤੇ ਮਤੇ ਦੀ ਕਾਪੀ ਗਾਂ ਜਾਊਗੀ ਤੇ ਕਰਨਾ ਜਿਹਨੇ ਪਾਸ ਕੇਂਦਰ ਨੇ। ਕੇਂਦਰ ਹੁਣ ਕੁਛ ਵੀ ਕਰ ਸਕਦੀ ਆ, ਚਲੋ ਬਣਾ ਦਿਓ ਜੀ, ਇੱਕ ਸਰਕਾਰ ਹੋਰ ਬਣਾ ਦਿਓ, ਚੰਗੀ ਗੱਲ ਆ। ਜਿਹੜੀ ਸਰਕਾਰ ਬਣੀ ਸੀ ਜੰਮੂ ਕਸ਼ਮੀਰ 'ਚ, ਉਹ ਤਾਂ ਤੁਸੀਂ ਤੋੜ ਕੇ ਯੂਨੀਅਨ ਟੈਰੀਟਰੀ ਤੋਂ ਬਣਾ ਕੇ ਲੋਕਾਂ ਨੂੰ ਵਿਹਲਿਆ ਕਰ ਦਿੱਤਾ। ਇੱਥੇ ਬਣਾ ਦਿਓ, ਲੋਕਾਂ ਨੂੰ ਵੀ ਭਲਾ ਹੋ ਜਾਊਗਾ ਜੀ। ਜੀ ਕਾਲਜ ਨੂੰ ਬੇਨਤੀ ਹੈ ਜੀ ਕਿ ਲਾਈਨਸ ਅਗਰ ਤੁਸੀਂ ਹੋਲਡ ਕਰ ਸਕੋ ਤਾਂ ਬਹੁਤ ਬਹੁਤ ਮਿਹਰਬਾਨੀ ਹੋਵੇਗੀ ਜੀ। ਤੁਸੀਂ ਜੇ ਪੱਟੀ ਸਾਹਿਬ ਬੋਲ ਰਹੇ ਨੇ, ਤੁਸੀਂ ਬਸ ਚੰਦ ਕੁ ਮਿੰਟ ਹੋਲਡ ਕਰ ਲਓ। ਤੁਸੀਂ ਦੁਬਾਰਾ ਕਾਲ ਕਰ ਸਕਦੇ ਹੋ ਜੀ 905 813 1320 905 813 1320 ਤੇ ਤੁਸੀਂ ਕੋਈ ਵੀ ਗੱਲਬਾਤ ਕਰ ਸਕਦੇ। ਤੇ ਕੁਝ ਹੀ ਦਿਨਾਂ ਦੇ ਵਿੱਚ ਅਸੀਂ WhatsApp ਕਾਲਿੰਗ ਵੀ ਸ਼ੁਰੂ ਕਰਨ ਜਾ ਰਹੇ ਹਾਂ ਜੀ। ਸੋ ਸਾਨੂੰ ਅਪਰੂਵਲ ਮਿਲ ਚੁੱਕੀ ਹੈ ਜੀ। ਸੋ ਵੱਖ-ਵੱਖ ਦੁਨੀਆ ਤੋਂ, ਵੱਖ-ਵੱਖ ਦੇਸ਼ਾਂ ਤੋਂ ਤੁਸੀਂ ਸਾਨੂੰ ਹੁਣ WhatsApp ਕਾਲ ਵੀ ਕਰ ਪਾਓਗੇ। ਸਿਸਟਮ ਬਹੁਤ ਜਲਦ ਅਸੀਂ ਲੈ ਕੇ ਆ ਰਹੇ ਹਾਂ ਜੀ। ਸਰਕਾਰ ਵੱਲੋਂ ਰੇਤ ਸੰਬੰਧੀ ਕੋਈ ਨੀਤੀ ਨਾ ਪਾਉਣ ਕਾਰਨ ਰੇਤ ਦੇ ਭਾਅ ਅਸਮਾਨ ਤੇ ਪੜੀ ਸਾਹਿਬ ਦੀ ਕੀ ਖਬਰ ਹੈ ਜੀ? ਚਾਵਲਾ ਸਾਹਿਬ, ਜਿਹੜੀ ਰੇਤ ਨੀਤੀ ਨਾ ਬਣਨ ਕਰਕੇ ਪੰਜਾਬ ਦੀਆਂ ਖੱਡਾਂ ਬੰਦ ਹੋ ਗਿਆ ਤੇ ਜਿਹੜੀ ਰੇਤ ਆ ਰਹੀ ਆ ਉਹ ਵੀ ਪੁਲਿਸ ਨਾਲ ਮਿਲ ਕੇ ਆ ਰਹੀ। ਅਜਨਾਲਾ ਸਬ ਡਿਵੀਜ਼ਨ ਦੇ ਵਿੱਚ ਜਿੱਥੋਂ ਇੱਕ ਮੰਤਰੀ ਸਾਹਿਬ ਕੁਲਦੀਪ ਸਿੰਘ ਧਾਰੀਵਾਲ ਮੰਤਰੀ ਆ, ਜਿਹੜੇ ਕਹਿੰਦੇ ਕਿ ਇੱਕ ਮੁੱਠ ਰੇਤ ਨਹੀਂ ਜਾਣਦੇ ਕਿ ਬਾਹਰ ਅਸੀਂ, ਉਹਨਾਂ ਦੇ ਹਲਕੇ ਦੀ ਰੂੜੇਵਾਲ ਪਿੰਡ ਲਾਗੇ, ਰੂੜੇਆਸਲ ਪਿੰਡ ਲਾਗੇ ਜਿਹੜੀ ਸੀ, ਉੱਥੋਂ ਬਕਾਇਦਾ ਤੌਰ ਤੇ ਇੱਕ ਵੀਡੀਓ ਰਿਲੀਜ਼ ਹੋਈ ਜਿੱਥੇ ਵਿੱਚ ਜਿਹੜੀ ਵੱਡੀ ਗਿਣਤੀ ਜਿਹੜੇ ਟਰੱਕ ਖਲੋਤੇ ਨੇ ਭਰਨ ਵਾਸਤੇ ਤੇ ਨਾਲ ਉੱਥੇ ਇੱਕ ਮਸ਼ੀਨ ਲੱਗੀ ਆ, ਦਰਿਆ ਚੋਂ ਰੇਤ ਕੱਢ ਰਹੀ ਆ, ਢੇਰ ਲਾ ਰਹੀ ਉੱਥੇ। ਜੇ ਉਹ ਰੇਤ ਕੱਢ ਰਹੀ ਆ ਤੇ ਉਹ ਕਿਹਨੂੰ ਪੁੱਛ ਕੇ ਕੱਢੀ ਜਾ ਰਹੀ ਆ? ਉਹ ਵੀਡੀਓ ਦੇ ਵਿੱਚ ਬਕਾਇਦਾ ਤੌਰ ਤੇ ਵਿਖਾਇਆ ਗਿਆ ਵੀ ਜਿਹੜੀ ਅਸਲੀ ਖੱਡ ਉਹ ਜ਼ਮੀਨ 'ਚ ਸਾਈਡ ਤੇ ਆ, ਤੇ ਜਦੋਂ ਇਹ ਰੇਤ ਕੱਢਦੇ ਜਿਹੜੇ ਸਪਰ ਬਣਾਏ ਹੁੰਦੇ ਆ ਉਹਨਾਂ ਨੂੰ ਨੁਕਸਾਨ ਪਹੁੰਚਦਾ ਵਾ। ਜਦੋਂ ਸਪਰ ਟੁੱਟਣਗੇ ਨੁਕਸਾਨ ਪੁੱਜੇਗਾ। ਇੱਕ ਤੇ ਜਿਹੜਾ ਵਾ ਜਿਹੜੀ ਮਿਹਨਤ ਕੀਤੀ ਉਹ ਵਿਅਰਥ ਜਾਊਗੀ, ਖੱਟ ਕੀਤਾ ਵਿਅਰਥ ਜਾਊਗਾ। ਦੂਸਰਾ ਸਪਰ ਨਹੀਂ ਹੋਣਗੇ ਤੇ ਫਿਰ ਤੁਸੀਂ ਬਣ ਟੁੱਟੇਗਾ, ਲੋਕਾਂ ਦੇ ਪਿੱਛੋਂ ਪਾਣੀ ਆਏਗਾ ਤੇ ਫਿਰ ਟੁੱਟ ਕੇ ਤੇ ਪਾਣੀ ਲੋਕਾਂ ਦੇ ਖੇਤਾਂ ਜਾਏਗਾ, ਘਰਾਂ ਜਾਏਗਾ। ਉਦੋਂ ਕੌਣ ਜ਼ਿੰਮੇਵਾਰ ਹੋਏਗਾ? ਧਾਰੀਵਾਲ ਸਾਹਿਬ ਜੇ ਕਹਿੰਦੇ ਇੱਕ ਮੁੱਠ ਨੂੰ ਜਾਣ ਦਿੰਦੇ, ਇੱਕ ਮੁੱਠ ਨਹੀਂ ਜਾਣ ਦੇਣੀ, ਬਾਕੀ ਬੇਸ਼ੱਕ ਸਾਰੀ ਰਹਿ ਜਾਓ ਤੁਸੀਂ। ਹੁਣ ਇਹਦੇ ਤੇ ਰੇਤ ਨੀਤੀ ਨਾ ਹੋਣ ਕਰਕੇ ਬਹੁਤ ਸਾਰੀਆਂ ਖੱਡਾਂ ਲੋਕਾਂ ਨੇ ਬੰਦ ਕਰਤੀਆਂ ਕਿ ਚਲਾਨ ਕਰਾਉਣ ਨਾਲ ਤੇ ਗੱਡੀਆਂ ਅੰਦਰ ਕਰਾਉਣ ਨਾਲ ਬੈਟਰ ਹਾਲ ਦੀ ਘੜੀ ਚੁੱਪ ਕਰ ਗਈ। ਹੁਣ ਜਿਹੜੀ ਪੰਜਾਬ 'ਚ ਰੇਤ ਆ ਰਹੀ ਹੈ ਉਹ ਹਰਿਆਣੇ 'ਚੋਂ ਆ ਰਹੀ ਹੈ, ਹਿਮਾਚਲ 'ਚੋਂ ਆ ਰਹੀ ਹੈ, ਦੂਰੋਂ ਆਉਣ ਕਰਕੇ ਮਹਿੰਗੀ ਮਿਲ ਰਹੀ ਹੈ। ਜਿਹੜੀ ਤੁਹਾਨੂੰ ਟਰਾਲੀ 10,000 ਦੀ ਮਿਲਦੀ ਸੀ ਉਹ 22,000 ਨੂੰ ਟਰਾਲੀ ਮਿਲ ਰਹੀ ਹੈ। ਇਸ ਕਰਕੇ ਸਰਕਾਰ ਅਜੇ ਤੱਕ ਕਿਉਂ ਸੁੱਤੀ ਕਿਉਂ ਪਈ ਹੈ? ਸਰਕਾਰ ਨੂੰ ਜਗਣਾ ਚਾਹੀਦਾ। ਕਿਸੇ ਮੰਤਰੀ ਕੋਲੇ ਕੋਈ ਇਖਤਿਆਰ ਨਹੀਂ
ਕਿਸੇ MLA ਕੋਈ ਇਖਤਿਆਰ ਨਹੀਂ ਕਿਸੇ ਅਫਸਰ ਨੂੰ ਕਹਿ ਦੇ ਵੀ ਭਾਜੀ ਸਾਡਾ ਫਲਾਣਾ ਕੰਮ ਕਰ ਦਿਓ, ਸਾਡਾ ਬੰਦਾ ਆ ਰਿਹਾ ਵਾ। ਇੰਨੇ ਡਰਦੇ ਨੇ ਜੇ ਉਹਨੂੰ ਕਹੀਏ ਨਹੀਂ ਯਾਰ ਕੇਜਰੀਵਾਲ ਸਾਹਿਬ ਨੇ ਮਨਾ ਕੀਤਾ, ਦੂਜੀ ਆਪਾਂ ਨਹੀਂ ਫੋਨ ਕਰਨਾ ਕਿਸੇ ਨੂੰ। ਤੇ ਲੋਕਾਂ ਦੇ ਨੁਮਾਇੰਦੇ ਤੁਸੀਂ ਕੋ ਕੇਜਰੀਵਾਲ, ਤੁਸੀਂ ਲੋਕਾਂ ਦੇ ਨੁਮਾਇੰਦੇ ਹੋ। ਜੇ ਲੋਕਾਂ ਦੇ ਕੰਮ ਨਹੀਂ ਕਰੋਗੇ ਤੇ ਲੋਕ ਤੁਹਾਡਾ ਖੜਾ ਛੱਡ ਦੇਣਗੇ ਤੇ ਪਤਾ ਲੱਗ ਜਾਏਗਾ ਸੰਗਰੂਰ ਦੀ ਬਾਈ ਇਲੈਕਸ਼ਨ 'ਚ ਵੀ ਤੁਸੀਂ ਕਿੱਥੇ ਖੜੇ। ਜਿੰਨੇ ਵੀ ਫੈਸਲੇ ਹੁਣ ਤੱਕ ਲਏ ਆ ਬਕਾਇਦਾ ਤੌਰ ਤੇ ਮਾਨ ਸਰਕਾਰ ਨੇ ਅਜੇ ਤੱਕ ਇੱਕ ਵੀ ਫੈਸਲਾ ਇੰਪਲੀਮੈਂਟ ਨਹੀਂ ਹੋ ਸਕਿਆ। ਸਾਰੇ ਹੀ ਫੈਸਲੇ ਜਿਹੜੀ ਕਾਨੂੰਨੀ ਪ੍ਰਕਿਰਿਆ 'ਚ ਉਲਝੇ ਪਏ ਨੇ। ਪਹਿਲਾਂ ਪੁੱਛ ਲਓ ਮਾਨ ਸਾਹਿਬ ਆਪਣੇ ਅਧਿਕਾਰੀਆਂ ਨੂੰ ਕਿ ਇਹ ਐਲਾਨ ਕਰੀਏ ਕਿ ਨਾ ਕਰੀਏ। ਤੇ ਚੰਨੀ ਸਾਹਿਬ ਦਾ ਫੰਡਾ ਕੁਝ ਹੋਰ ਸੀਗਾ, ਅੱਜ ਐਲਾਨ ਕਰ ਦਿਓ ਤਾਂ ਅਗਲੇ ਨੇ ਅਖਬਾਰ ਇਸ਼ਤਿਹਾਰ ਦੇ ਦਿਓ ਆਹ ਕਰਤਾ ਜੀ ਅੱਜ ਕਿੱਥੇ ਨੇ ਚੰਨੀ ਸਾਹਿਬ? 2 ਸੀਟਾਂ ਆਪਣੇ ਦੋਵੇਂ ਹਰਕੇ ਨੇ। ਇਸ ਕਰਕੇ ਲੋਕ ਬੜੇ ਸਿਆਣੇ ਨੇ, ਲੋਕ ਸੁਲਝੇ ਨੇ। ਤੁਹਾਡਾ ਬੂਰੀਆ ਬਿਸਤਰਾ ਨਾ ਕਰਨਾ ਪਹਿਲਾਂ ਹੀ ਗੋਲ ਤੇ ਬੰਦੇ ਦੇ ਪੁੱਤਾਂ ਨੂੰ ਕੰਮ ਕਰੋ। ਕਿਉਂ ਇੱਕ ਵੀ ਇੰਪਲੀਮੈਂਟ ਕੀਤਾ। ਰੇਤ ਜਿਹੜੀ ਆ ਰੇਤ ਕਰਕੇ ਇਕੱਲਾ ਇੱਕ ਨਹੀਂ, ਰੇਤ ਕਰਕੇ ਜਿਹੜਾ ਕਾਰੀਗਰ ਸੀ, ਜਿਹੜਾ ਰਾਜ ਮਿਸਤਰੀ ਸੀ ਉਹ ਵੀ ਵਿਹਲਾ, ਮਜ਼ਦੂਰ ਵੀ ਵਿਹਲਾ, ਦੁਕਾਨਦਾਰ ਵੀ ਵਿਹਲਾ। ਕਿੰਨੇ ਬੰਦਿਆਂ ਤੇ ਅਸਰ ਪੈ ਰਿਹਾ। ਕਿਉਂ ਨਹੀਂ ਪਾਲਿਸੀ ਬਣਾਉਂਦੇ, ਇਮੀਡੀਏਟਲੀ ਪਾਲਿਸੀ ਬਣਾ ਕੇ ਲਾਗੂ ਕਰੋ। ਕਿਉਂ ਨਹੀਂ ਖੜਾ ਨਿਲਾਮੀ ਕਰਦੇ? ਇਹ ਕੰਮ ਦੋਨੋਂ ਕੰਮ ਤੁਸੀਂ ਲਗਾ ਕੇ ਬੈਠੇ ਹੋ। ਤੁਸੀਂ ਹਿਮਾਚਲ ਚਲੇ ਗਏ, ਹੈਲੀਕਾਪਟਰ ਲੈ ਕੇ ਪੰਜਾਬ ਦਾ ਆਪਣਾ ਚੋਣ ਪ੍ਰਚਾਰ ਤੁਹਾਡੇ ਤੇ ਸਾਰੇ ਕਿੰਤੂ ਕੀਤਾ। ਭਾਜਪਾ ਨੇ ਵੀ ਕੀਤਾ, ਅਕਾਲੀਆਂ ਨੇ ਵੀ ਕੀਤਾ, ਕਾਂਗਰਸ ਨੇ ਵੀ ਕੀਤਾ ਵੀ ਤੁਸੀਂ ਹੈਲੀਕਾਪਟਰ ਏਦਾਂ ਜਿਹੜਾ ਨਹੀਂ ਖੜ ਸਕਦੇ। ਤੁਸੀਂ ਜੇ ਪੰਜਾਬ ਦੇ ਕੰਮ ਨਹੀਂ ਗਏ ਤਾਂ ਤੁਸੀਂ ਹੈਲੀਕਾਪਟਰ ਵਰਤ ਨਹੀਂ ਸਕਦੇ ਪੰਜਾਬ ਦਾ। ਇਸ ਕਰਕੇ ਉਹ ਰੇਤ ਮਹਿੰਗੀ ਹੋ ਗਈ ਤੇ ਰੇਤ ਮਹਿੰਗੀ ਹੋਣ ਕਰਕੇ ਜਿਹੜੇ ਕੰਮ ਰੁਕ ਗਏ ਨੇ, ਕੰਮ ਰੁਕਣ ਨਾਲ ਕਈ ਲੋਕ ਬੇਰੁਜ਼ਗਾਰ ਹੋ ਗਏ ਨੇ। 905-813-1320 9058131320 ਤੁਹਾਡੇ ਹੁਣ ਵਿਚਾਰ ਆਉਣ ਦੀ ਅਸੀਂ ਲੈ ਸਕਦੇ ਜੀ। ਤੁਸੀਂ ਸਾਨੂੰ ਕਾਲ ਕਰ ਸਕਦੇ ਹੋ 905-813-1320। ਕੈਦੀਆਂ ਤੱਕ ਨਸ਼ੇ ਪਹੁੰਚਣ ਵਾਲਾ ਗਾਰਡ ਆਇਆ ਕਾਬੂ। ਵਾਇਰਲ ਹੋਈ ਵੀਡੀਓ YouTube Facebook ਤੇ ਦੇਖੀ ਤੇ ਬੜੇ ਤਰੀਕੇ ਦੇ ਨਾਲ ਕਾਬੂ ਆਇਆ ਜੀ। ਵੇਖੋ ਜੀ ਕੀ ਕਰੀਏ ਇਹਨਾਂ ਲੋਕਾਂ ਦਾ, ਕੀ ਕਰੀਏ। ਪਿੱਛੇ ਜੇ ਅੰਮ੍ਰਿਤਸਰ ਜੇਲ੍ਹ ਦੇ ਵਿੱਚ ਇੱਕ ਅੰਮ੍ਰਿਤਧਾਰੀ ਗਾਰਡ ਕਛਹਿਰਾ ਪਾਇਆ ਵਾ। ਕਛਹਿਰੇ ਦੇ ਵਿੱਚ ਬੀੜੀਆਂ ਲਗਾਈਆਂ ਵਾ, ਸਿਗਰਟਾਂ ਲਗਾਈਆਂ ਨੇ, ਤੰਬਾਕੂ ਲਗਾਇਆ ਵਾ, ਬੜਾ ਕੁਛ ਲਮਕਾਇਆ ਸੀਗਾ। ਉਹ ਜਿਹੜਾ ਮੁਨਸੀ ਸੀ ਉਹਦੇ ਕੁਦਰਤੀ ਚੈਕਿੰਗ ਕੀਤੀ ਤੇ ਉਹ ਸਭ ਕੁਛ ਕੰਮ ਆ ਗਿਆ। ਉਦੋਂ ਉਹਨੂੰ ਸਸਪੈਂਡ ਕਰਤਾ ਹੀ, ਉਸ ਤੋਂ ਬਾਅਦ ਬਹਾਲ ਕੀਤਾ ਕਦੇ ਕੀਤਾ ਤੇ ਜੇਲ੍ਹ ਪ੍ਰਸ਼ਾਸਨ ਨੂੰ ਪਤਾ ਹੋਊਗਾ। ਹੁਣ ਬਕਾਇਦਾ ਤੌਰ ਤੇ ਗੋਇੰਦਵਾਲ ਸਾਹਿਬ ਜਿਹੜੀ ਜੇਲ੍ਹ ਆ ਉੱਥੇ ਇੱਕ ਜਿਹੜਾ ਗਾਰਡ ਸੀਗਾ ਉਹਦੇ ਵਿੱਚ ਗੁਟਕਾ, ਤੰਬਾਕੂ, ਬੀੜੀ, ਸਿਗਰਟ ਜਿਹੜੀ ਸੀ ਉਹ ਬੰਨ ਕੇ ਆਪਣੇ ਕਛਹਿਰੇ ਦੇ ਵਿੱਚ ਜਿਹੜਾ ਮੰਡੀ ਜੀ ਪਾਉਂਦੇ ਉਹਦੇ ਚ ਪਾ ਕੇ ਉਹ ਜਾ ਰਿਹਾ ਸੀ ਅੰਦਰ। ਜਦੋਂ ਉਹ ਜਾ ਰਿਹਾ ਸੀਗਾ ਜਿਹੜਾ ਆਪਣਾ ਜੇਲ੍ਹ ਸੁਪਰਡੈਂਟ ਸੀ ਉਹਨੇ ਕਿਹਾ ਚੈਕਿੰਗ ਕਰੋ। ਉਹ ਮੁਨਸ਼ੀ ਨੇ ਚੈਕਿੰਗ ਕੀਤੀ ਤੇ ਉਹਦੇ ਜਿਹੜੀ ਉਹ ਬੰਡੀ ਦੇ ਵਿੱਚੋਂ ਸਭ ਤੋਂ ਨਿਕਲ ਆਇਆ ਵੀ ਇਹ ਜੇਲ੍ਹ ਜਾ ਰਿਹਾ। ਤੇ ਫਿਰ ਇਹਦਾ ਮਤਲਬ ਫਿਰ ਜੇਲ੍ਹ ਦੇ ਵਿੱਚੋਂ ਕੋਈ ਬਾਹਰੋਂ ਨਹੀਂ ਮਾਰ ਜਾਂਦਾ। ਇਹ ਲੋਕ ਆਪ ਹੀ ਫਿਰ ਨਸ਼ੇ ਲੈ ਕੇ ਜਾਂਦੇ ਉੱਥੇ, ਆਪ ਹੀ ਵੇਚ ਕੇ ਬੜੇ ਪੈਸੇ ਕਮਾਉਂਦੇ ਆ। ਬਾਹਰ ਜਿਹੜਾ ਬੀੜੀ ਦਾ ਬੰਡਲ ਤੁਹਾਨੂੰ 3 ਰੁਪਏ ਦਾ ਮਿਲਣਾ, ਉਹ ਜੇਲ੍ਹ ਦੇ ਵਿੱਚ 300 ਰੁਪਏ ਦਾ ਮਿਲਣਾ ਤੁਹਾਨੂੰ। ਅੱਛਾ, ਲੈਣ ਵਾਲੇ ਲੈਂਦੇ ਵੀ ਤੇ ਪੀਣ ਵਾਲੇ ਪੀਂਦੇ ਵੀ ਆ। ਇਹ ਕੁਲਦੀਪ ਸਿੰਘ ਨਾਂ ਦਾ ਕਰਮਚਾਰੀ ਆ, ਉਹ ਫੜਿਆ ਗਿਆ, ਉੱਤੇ ਮੁਕੱਦਮਾ ਦਰਜ ਕਰ ਦਿੱਤਾ ਗਿਆ ਵਾ ਤੇ ਅਗਲੇਰੀ ਕਾਰਵਾਈ ਹੁਣ ਕੀਤੀ ਜਾ ਰਹੀ ਹੈ। ਇੱਥੇ ਬਸ ਨਹੀਂ, 4 ਉਹਦੇ ਕੋਲ ਸਿਮ ਕਾਰਡ ਵੀ ਬਰਾਮਦ ਹੋਏ ਆ। ਦੱਸੋ ਕੀ ਕਰੂਗਾ? ਜਿਹੜੇ ਪ੍ਰਸ਼ਾਸਨ ਦੀ ਮਾਨ ਸਾਹਿਬ ਤੁਸੀਂ ਗੱਲ ਕਰਦੇ ਸੀ, ਜਿਹੜੀ ਗੈਂਗਸਟਰ ਐਂਟੀ ਗੈਂਗਸਟਰ ਟਾਸਕ ਫੋਰਸ ਬਣਾਤੀ, ਉਹ ਕੀ ਕਰੂਗੀ ਜੀ? ਵੱਡੀ ਸਾਹਿਬ ਜੇ ਤੁਹਾਡੇ ਕੋਲ ਥੱਲੇ ਇਹੋ ਜਿਹੇ ਮੁਲਾਜ਼ਮ ਹੋਣਗੇ, ਬਾਕੀ ਉੱਪਰ ਫਿਰ ਕੀ ਕਰਨਗੇ ਉੱਥੇ? ਜੀ ਸਾਡੇ ਨਾਲ ਕਾਲਸ ਸਾਰੀ ਫਲੈਸ਼ ਕਰ ਰਹੀਆਂ ਨੇ, ਅਸੀਂ ਲੈਂਦੇ ਆ ਜੀ। ਉਹ ਬੜੇ ਤਰੀਕੇ ਦੇ ਨਾਲ ਉਹ ਵੀਡੀਓ ਦਿਖਾਈ ਗਈ, ਅਸੀਂ ਲੈਂਦੇ ਆ। ਨੈਕਸਟ ਕਾਲ ਆਨ ਦੀ ਏਅਰ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਰ, ਸਤਿ ਸ਼੍ਰੀ ਅਕਾਲ ਭੱਟੀ ਸਾਹਿਬ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭੱਟੀ ਸਾਹਿਬ, ਮੈਂ ਨਾ ਸਵਾਲ ਕਰਨ ਤੋਂ ਪਹਿਲਾਂ ਦਿਲ ਦੀ ਗੱਲ ਦੱਸਦਾ ਤੁਹਾਡੇ ਨਾਲ। ਅੱਜ ਕੱਲ ਪਤਾ ਨਹੀਂ ਸਵਾਲ ਕਰਨ ਨੂੰ, ਕੋਈ ਬਾਜ਼ਾਰ ਬਣਾਂਦਰ ਕਰਨ ਨੂੰ ਦਿਲ ਜਾਂ ਨਹੀਂ ਕਰਦਾ। ਕਿਉਂ ਜੀ? ਜੀ
ਪਤਾ ਨਹੀਂ ਜਦ ਗਈ ਨਵੀਂ ਸਰਕਾਰ ਆਈ ਨਾ ਜਿਹਦਾ ਮਨ ਥੋੜਾ ਜਿਹਾ ਆਪਣੇ ਮੁੱਦਿਆਂ ਤੋਂ ਚਰਚਾ ਕਰਨ ਤੋਂ ਹੁਣ ਜਿੱਦਾਂ ਬੋਰਿੰਗ ਹੀ ਫੀਲ ਹੁੰਦੀ ਆ। ਪਰ ਚਲੋ ਐ ਨਹੀਂ ਵੀ ਫਿਰ ਵੀ ਮੈਂ ਤੁਹਾਨੂੰ ਯਾਦ ਨਾ ਪਏ, ਮੇਰਾ ਖਿਆਲ ਕਈਆਂ ਦਿਨ ਤੁਸੀਂ ਆਵਾਜ਼ ਤੋਂ ਜਾਣਦੇ ਹੋਣੇ ਆ, ਕਈਆਂ ਦਿਨਾਂ ਬਾਅਦ ਮੈਂ ਅੱਜ ਕਾਲ ਕਰ ਰਿਹਾ। ਹਾਂਜੀ 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 ਸਵਾਗਤ ਹੈ ਜੀ। ਪੱਟੀ ਸਾਹਿਬ, ਸਰ ਗੱਲ ਏਦਾਂ, ਤੁਸੀਂ ਵਿਧਾਇਕਾਂ ਦੀ ਤੇ ਮੰਤਰੀਆਂ ਦੀ ਗੱਲ ਕੀਤੀ ਵੀ ਕਿਸੇ ਨੂੰ ਕੋਈ ਅਧਿਕਾਰ ਨਹੀਂ ਕਿਸੇ ਨੂੰ ਕਹਿਣ ਦਾ ਅਫਸਰ ਨੂੰ ਵੀ ਆਹ ਕੰਮ ਕਰਦੇ ਆ ਨਾ ਕਰ। ਉਹਦੇ ਨਾਲ ਮਿਲਦਾ ਜੁਲਦਾ ਵੀ ਜਦੋਂ ਕਾ ਨਵੀਂ ਸਰਕਾਰ ਬਣੀ ਸੀ ਕੁਛ MLA ਨੇ ਬੜੀਆਂ ਵੀਡੀਓ ਬਣਾਈਆਂ, ਕੋਈ ਕਿਸੇ ਸਕੂਲ ਜਾ ਕੇ ਟੀਚਰਾਂ ਨੂੰ ਡਰਾਉਣ ਡਿਆ ਆ, ਕੋਈ ਥਾਣੇ ਜਾ ਕੇ ਉਹ ਥਾਣੇ ਦਾ ਸਟਾਫ ਨੂੰ ਡਰਾਉਣ ਡਿਆ ਆ, ਕੋਈ ਡਾਕਟਰਾਂ ਨੂੰ। ਮੈਂ ਤਾਂ ਕਹਿੰਦਾ ਉਹ ਵਿਚਾਰੇ ਅਫਸਰ ਆ, ਜਾਂ ਤਾਂ ਉਹਨਾਂ ਨੂੰ ਕਾਨੂੰਨ ਦੀ ਮਤਲਬ ਕਿ ਖੁਦ ਨੂੰ ਨਹੀਂ ਜਾਣਕਾਰੀ ਹੋਣੀ ਜਾਂ ਉਹ ਨਿਮਰਤਾ ਦੂਜਾ ਕਰ ਗਏ। ਅਗਰ ਕੋ ਉੱਦਾਂ ਦਾ ਅਫਸਰ ਹੁੰਦਾ ਤੇ ਤੁਸੀਂ ਮੇਰੇ ਨਾਲ ਸਹਿਮਤ ਹੋਵੋਗੇ ਵੀ ਕਾਨੂੰਨ ਦੇ ਅਗਰ ਸਰਕਾਰੀ ਦੂਜੇ ਦੇ ਵਿੱਚ ਕੰਮ ਦੇ ਵਿੱਚ ਕੋਈ ਦਖਲ ਅੰਦਾਜ਼ੀ ਕਰਦਾ ਹੈ ਤੇ ਵਿਧਾਇਕ ਨੂੰ ਚੱਕ ਕੇ ਉਹ ਅੰਦਰ ਤੇ ਨਾਨ ਅਵੇਲੇਬਲ ਆਫੈਂਸ ਹੈਗਾ ਇਹ, ਤੇ ਕੋਈ ਉਹਨੂੰ ਛੁਡਾ ਨਹੀਂ ਸਕਦਾ। ਤੇ ਹਾਂਜੀ ਰਾਤ ਨੂੰ ਕਰਕੇ ਤਾਂ ਚੜ੍ਹਦੇ ਸੂਰਜ ਨੂੰ ਕੀਤਾ ਹੁੰਦਾ ਕੋਰਟ ਪੇਜ ਵੀ ਥਾਣੇ ਆ ਕੇ ਸਾਡੀ ਕਾਰਵਾਈ ਦੇ ਵਿੱਚ ਵਿਘਨ ਪਾਇਆ ਤੇ ਸਾਰੇ MLA ਨੂੰ ਕੰਨਾਂ ਨੂੰ ਹੱਥ ਹੋ ਜਾਂਦੇ। ਤੇ ਮੈਂ ਇਹ ਤੁਹਾਨੂੰ ਪੁੱਛਣਾ ਚਾਹੁੰਦਾ ਵੀ ਵਿਧਾਇਕਾਂ ਨੂੰ ਕਿਹੜਾ ਹੱਕ, ਹਾਂ ਮੰਤਰਾਲਾ ਜਿਹਦੇ ਕੋਲ ਮੰਤਰਾਲਾ ਆ, ਗ੍ਰਹਿ ਮੰਤਰਾਲਾ ਜਾਂ ਆਪਣੇ ਮੈਡੀਕਲ ਮੰਤਰਾਲਾ, ਉਹ ਤਾਂ ਵਿਭਾਗੀ ਕਾਰਵਾਈ ਕਰ ਸਕਦੇ ਆ ਜਾਂ ਰੇਡ ਕਰ ਸਕਦੇ ਆ। ਇੱਕ ਹਲਕੇ ਦਾ MLA ਆ, ਇੱਕ MLA ਕੋਲ ਤਾਂ ਕੋਈ ਅਧਿਕਾਰ ਨਹੀਂ ਕਿਸੇ ਵੀ ਸਰਕਾਰੀ ਦਫ਼ਤਰ 'ਚ ਜਾ ਕੇ ਤੂੰ ਰੇਡ ਕਰੇ ਜਾ ਕੇ ਤੂੰ ਪੁੱਛ-ਗਿੱਛ ਕਰੇ। ਜੀ ਬਹੁਤ ਧੰਨਵਾਦ, ਥੈਂਕ ਯੂ ਸੋ ਮਚ। ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ, ਬਿਲਕੁਲ ਤੁਸੀਂ ਠੀਕ ਕਹਿ ਰਹੇ ਹੋ। ਔਰ ਇਹ ਕਹਿ ਚੁੱਕੇ ਨੇ, ਕੇਜਰੀਵਾਲ ਵੀ ਕਹਿ ਚੁੱਕੇ, ਮਾਨ ਸਾਹਿਬ ਵੀ ਕਹਿ ਚੁੱਕੇ, ਵਿਧਾਇਕਾਂ ਨੂੰ ਕਹਿ ਚੁੱਕੇ ਜੀ ਭਾਈ ਤੁਸੀਂ ਜਾ ਕੇ ਜਿਹੜਾ ਵੇਖ ਸਕਦੇ ਹੋ, ਕਿਸੇ ਤੇ ਕੋਈ ਐਕਸ਼ਨ ਨਹੀਂ ਲੈ ਸਕਦੇ। ਜੇ ਐਕਸ਼ਨ ਲੈਣਾ ਤੇ ਅਧਿਕਾਰੀ ਲੈਣਗੇ ਜਾਂ ਕੰਸਰਨਡ ਮਿਨਿਸਟਰ ਲਊਗਾ, ਸਰਕਾਰ ਲਊਗੀ, ਤੁਹਾਡੇ ਕੋਲ ਕੋਈ ਅਧਿਕਾਰ ਨਹੀਂ। ਤੁਸੀਂ ਤੇ ਸਰਕਾਰ ਦੀ ਗੱਲ ਕਰਦੇ ਹੋ ਨਾ। ਜਥੇਦਾਰ ਗੁਰਚਰਨ ਸਿੰਘ ਟੌੜਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸੀ ਤੇ ਜਨਰਲ ਇਜਲਾਸ ਵਿੱਚ ਇੱਕ ਮੈਂਬਰ ਉੱਠ ਕੇ ਖਲੋ ਗਿਆ ਕਿ ਮੈਂ ਫਲਾਣੇ ਗੁਰਦੁਆਰੇ ਗਿਆ, ਉੱਥੇ ਫਲਾਣਾ ਜਿਹੜਾ ਮੁਲਾਜ਼ਮ ਸੀ ਗਲਤ ਕੰਮ ਕਰ ਰਿਹਾ ਸੀ, ਹੇਰਾਫੇਰੀ ਕਰ ਰਿਹਾ ਸੀ, ਤੇ ਮੈਂ ਉਹਨੂੰ ਕਹਤਾ ਯੂ ਆਰ ਸਸਪੈਂਡਡ, ਮੈਂ ਤੈਨੂੰ ਮੁਅੱਤਲ ਕਰਦਾ। ਤਾਂ ਉਹ ਹੱਸ ਪਿਆ, ਕਹਿੰਦਾ ਠੀਕ ਹੈ ਜੀ। ਜਦੋਂ ਹੱਸਿਆ ਤੇ ਮੈਨੂੰ ਸ਼ੱਕ ਪਿਆ ਤੇ ਮੈਨੇਜਰ ਕਹਿੰਦਾ ਜੀ ਤੁਹਾਡੇ ਕੋਲ ਜਿਹੜੀ ਕੋਈ ਪਾਵਰ ਨਹੀਂ ਹੈਗੀ ਇਹਨੂੰ ਮੁਅੱਤਲ ਕਰਨ ਦੀ, ਕਿਉਂਕਿ ਇਹਨੂੰ ਮੁਅੱਤਲ ਜਿਹੜਾ ਵਾ ਉਹ ਸੈਕਟਰੀ ਕਰ ਸਕਦਾ, ਵੈਸੀ ਜਾਂ ਤੁਸੀਂ ਸਿਫਾਰਿਸ਼ ਕਰ ਸਕਦੇ। ਇਹ ਟੌੜਾ ਸਾਹਿਬ ਨੇ ਬਕਾਇਦਾ ਤੌਰ ਤੇ ਹਾਊਸ 'ਚ ਕਿਹਾ ਸੀ ਨਹੀਂ ਗੱਲ ਵੀ ਮੈਂਬਰ ਕੋਲ ਕੋਈ ਪਾਵਰ ਨਹੀਂ ਹੈਗੀ ਜੀ। ਇੱਕ ਦੂਸਰਾ ਮੈਂਬਰ ਉੱਠਿਆ, ਕਹਿੰਦਾ ਟੌੜਾ ਸਾਹਿਬ ਅਸੀਂ ਇੰਨੇ ਪੈਸੇ ਖਰਚ ਕਰਕੇ ਮੈਂਬਰ ਬਣੇ, ਜੇ ਸਾਡੇ ਕੋਲ ਪਾਵਰ ਨਹੀਂ ਹੈਗੀ ਤੇ ਮੈਂ ਤੁਹਾਨੂੰ ਇਹ ਦੱਸ ਦਿਆਂ, ਮੈਂ ਇਸ ਮੈਂਬਰ ਦੀ ਗੱਲ ਨਹੀਂ ਕਰਦਾ। ਜਿੱਥੇ ਕਿਤੇ ਮੈਂ ਜਾਊਂਗਾ, ਜੇ ਕਿਤੇ ਇਹੋ ਜਿਹੀ ਗੱਲ ਮੈਨੂੰ ਮਿਲੀ ਤੇ ਜਾਂ ਮੈਂ ਨਹੀਂ ਤੇ ਫਿਰ ਜਾਓ ਮੁਲਾਜ਼ਮ ਹੈ, ਤੇ ਅੱਜ ਤੋਂ ਬਾਅਦ ਤੁਹਾਡੇ ਹਾਊਸ 'ਚ ਮੈਂ ਨਹੀਂ ਆਊਂਗਾ ਜੇ ਸਾਡੇ ਕੋਲ ਪਾਵਰ ਹੀ ਨਹੀਂ ਹੈਗੀ। ਉਹੀ ਗੱਲ ਵਿਧਾਇਕਾਂ ਦੀ ਆ, ਵਿਧਾਇਕ ਬਣ ਗਏ, ਵਿਧਾਇਕਾਂ ਦਾ ਕੰਮ ਕਾਨੂੰਨ ਬਣਾਉਣਾ ਤੇ ਉਹਨਾਂ ਦਾ ਕਾਰਜਪਾਲਕ ਦਾ ਲਾਗੂ ਕਰਨਾ। ਤੁਸੀਂ ਕਾਰਜਪਾਲਕ ਨਿਗਰਾਨੀ ਕਰ ਸਕਦੇ ਹੋ। ਤੁਸੀਂ ਕਿਸੇ ਹਸਪੀਟਲ 'ਚ ਗਏ ਹੋ, ਜਾਓ ਨਾਲ ਸਿਵਲ ਸਰਜਨ ਨੂੰ ਲੈ ਕੇ ਜਾਓ, ਆ ਵੀ ਚੱਲੀਏ ਆਪਾਂ, ਉਹਨੂੰ ਕਹੋ ਜੀ ਇੱਥੇ ਵੇਖੋ ਗਲਤ ਹੋ ਰਿਹਾ, ਸਿਵਲ ਸਰਜਨ ਆਪੇ ਕਾਰਵਾਈ ਕਰੇਗਾ, ਤੁਹਾਡੇ ਕੋਲ ਤਾਂ ਅਧਿਕਾਰ ਹੀ ਕੋਈ ਨਹੀਂ ਹੈਗਾ। ਇਸ ਕਰਕੇ ਜਿਹੜੀ ਗੱਲ ਤੁਸੀਂ ਕਹੀ ਹੈ, ਜੇ ਕਿਤੇ ਉਹ ਜਿਹਾ ਖਰਨ ਕੀ ਭਾਈ ਤੇ ਸਕੇ ਬੈਠਾ ਹੋਇਆ ਉਹਦੇ ਕਹਿੰਦੇ ਪਰਚਾ ਦਰਜ ਕਰੀ ਉੱਤੇ ਜੀ ਦਿਓ ਅੰਦਰ ਅਗਲੀ ਗੱਲ ਫਿਰ ਕਰਾਂਗਾ ਜੀ ਸਰ। ਜੀ ਸਾਡੇ ਨਾਲ ਨੈਕਸਟ ਕਾਲਰ ਨੇ ਜੀ ਪੱਟੀ ਸਾਹਿਬ, ਅਸੀਂ ਲੈਂਦੇ ਆ ਨੈਕਸਟ ਕਾਲ ਆਨ ਦੀ 에ਅਰ। ਸਤਿ ਸ਼੍ਰੀ ਅਕਾਲ ਜੀ। ਹਾਂ ਪੱਟੀ ਸਾਹਿਬ, ਸਤਿ ਸ੍ਰੀ ਅਕਾਲ ਦੋਨਾਂ। ਪੱਟੀ ਸਾਹਿਬ ਮੈਂ ਤੁਹਾਨੂੰ ਰੇਤੇ ਬਾਰੇ ਇੱਕ ਸੁਝਾਅ ਦੇਣਾ, ਜੇ ਚੰਗਾ ਲੱਗਿਆ ਤਾਂ ਪੰਜਾਬ ਸਰਕਾਰ ਨੂੰ ਤੁਸੀਂ ਦੱਸ ਸਕਦੇ। ਗੱਲ ਕੁਛ ਵੀ ਨਹੀਂ, 15 ਦਿਨਾਂ ਚ ਹੱਲ ਹੋ ਸਕਦਾ। 23 ਜ਼ਿਲ੍ਹੇ ਆ, 23 ਜ਼ਿਲ੍ਹੇ ਦੇ ਅੰਦਰ ਰੇਤਾ ਤਾਂ ਨਿਕਲਦਾ ਨਹੀਂ ਸਾਰਿਆਂ ਚ। ਤਾਂ ਹਰ ਹੈੱਡਕੁਆਟਰ ਤੇ 2 ਕਰਮਚਾਰੀ ਬਿਠਾ ਦਿਓ, ਉਹ ਦੱਸਣ ਅੱਗੇ ਵੀ ਸਾਨੂੰ ਟਰੱਕ ਚਾਹੀਦਾ, ਟ੍ਰੇਲਰ ਚਾਹੀਦਾ, ਕਿਹੜੇ ਵਾਹਨ 'ਚ ਰੇਤਾ ਲੈ ਕੇ ਜਾਣਾ। ਪਰਚੀ ਦਿਓ ਕੱਟ ਕੇ, ਬੈਂਕ 'ਚ ਜਾ ਕੇ ਪੈਸਾ ਜਮ੍ਹਾਂ ਕਰ ਦੇਣ, ਉਹ ਪਰਚੀ ਲਿਆ ਕੇ ਦੇ ਦੇਣ, ਦੂਜੀ ਪਰਚੀ ਦੇ ਦੇਣ। ਜਿੱਥੋਂ ਜਾ ਕੇ ਰੇਤਾ ਲੈਣਾ ਉੱਥੇ ਵੀ 2 ਮੁਲਾਜ਼ਮ ਲਾ ਦਿਓ, ਉਹ ਪਰਚੀ ਜਮ੍ਹਾਂ ਕਰ ਲੈਣ। ਕੋਈ ਨਜਾਇਜ਼ ਭਰਦਾ ਨਾ, ਐਲਾਨ ਕਰ ਦਿਓ ਵੀ 3 ਮਹੀਨੇ ਵਾਹਨ ਥਾਣੇ ਹੀ ਖੜਾ ਰਹੂਗਾ, ਕੋਈ ਉਹਨੂੰ ਸਜ਼ਾ ਦੇਣ ਦੀ ਜ਼ਰੂਰਤ ਨਹੀਂ। 3 ਮਹੀਨਿਆਂ 'ਚ ਆਪੇ ਸਿੱਧਾ ਹੋ ਜੂ ਜਿਹੜਾ ਨਜਾਇਜ਼ ਭਰ ਕੇ ਲੈ ਕੇ ਜਾਊਗਾ। ਇਹ ਹੋ ਸਕਦਾ ਜੇ ਸਖਤੀ ਕੀਤੀ ਜਾਵੇ ਤਾਂ। ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ ਸੋ ਮਚ ਜੀ। ਅੱਜ ਦੀ ਡੇਟ ਦੇ ਵਿੱਚ ਕੱਲ ਇੱਕ ਟਰੱਕ ਵਾਲਾ ਕਹਿ ਰਿਹਾ ਸੀ ਕਿ ਅਸੀਂ ਜਿਹੜੀ ਆਪਣੀ ਸਾਨੂੰ 100 ਫੁੱਟ ਰੇਤ ਹਿੰਗਾਣੀ ਹੈ ਤੇ ਸਾਨੂੰ 1200 ਰੁਪਇਆ ਗੁੰਡਾ ਪੱਟ ਦੇਣੀ ਪੈਂਦੀ।
ਜੇ 500 ਫੁੱਟ ਅਸੀਂ ਰੇਟ ਭਰਦੇ ਆ ਤੇ ਸਾਨੂੰ 6000 ਰੁਪਇਆ ਗੁੰਡਾ ਫੀਸ ਦੇਣੀ ਪੈਂਦੀ ਹੈ। ਤੇ ਅਸੀਂ ਇਹਦੇ ਪਹਿਲਾਂ ਚਰਚਾ ਕਰ ਚੁੱਕੇ ਹਾਂ, ਸਾਰੀ ਦੱਸ ਚੁੱਕੇ ਹਾਂ ਕਿ ਗੁੰਡਾ ਫੀਸ ਕਿੰਨੀ ਬਣਦੀ ਹੈ, ਦਿਹਾੜੀ ਕਿੰਨੀ ਬਣਦੀ ਹੈ, ਮਹੀਨੇ ਦੀ ਕਿੰਨੀ ਬਣਦੀ, ਸਾਲ ਦੀ ਕਿੰਨੀ, ਪੂਰਾ ਅਸੀਂ ਹਿਸਾਬ ਕਰਕੇ ਦੱਸਿਆ ਸੀ ਕਿ 1 ਲੱਖ ਕਰੋੜ ਰੁਪਇਆ ਸਾਲ ਦਾ ਜਿਹੜਾ ਵਾ ਇਹਨਾਂ ਵੱਡਿਆਂ ਢਿੱਡਾਂ ਜਾਂਦਾ ਵਾ 2 ਨੰਬਰ ਦਾ ਪੈਸਾ। ਜਿਹੜੀ ਗੱਲ ਤੁਸੀਂ ਕਹੀ ਇਹੀ ਗੱਲ ਨਵਜੋਤ ਸਿੰਘ ਸਿੱਧੂ ਕਹਿੰਦੇ ਸੀ, ਰੇਤਾ ਸਰਕਾਰ ਕੱਢੇ ਆਪਣੇ ਟਰੱਕਾਂ ਤੇ ਲੱਦ ਕੇ ਤੇ ਇੱਕ ਜਗ੍ਹਾ ਲਿਆ ਕੇ ਸ਼ਹਿਰ 'ਚ ਰੱਖੇ, ਜਿੱਥੇ ਇੱਕ ਸੈਂਟਰ ਹੋਵੇ ਉੱਥੇ ਰੇਤਾ ਆਪ ਵਿੱਚ ਸਸਤੀ ਵਿੱਚ ਲੋਕਾਂ ਨੂੰ। ਇਹੀ ਗੱਲ ਉਹ ਕਹਿੰਦੇ ਸੀ, ਉੱਥੇ ਬੰਦੇ ਬਿਠਾ ਦਿਓ, ਇੱਕ ਤੇ ਲੋਕਾਂ ਨੂੰ ਰੁਜ਼ਗਾਰ ਮਿਲੂਗਾ, ਜੀ ਜੀ, ਇੱਕ ਸਰਕਾਰ ਦੀ ਆਮਦਨ 'ਚ ਵਾਧਾ ਹੋਊਗਾ। ਲੇਕਿਨ ਗੱਲ ਤੇ ਫਿਰ ਉੱਥੇ ਮੁੱਕਦੀ ਆ ਤੇ ਮਾਨ ਸਾਹਿਬ ਕਹਿ ਚੁੱਕੇ ਨੇ ਜਿਹੜਾ ਪੈਟਰਨ ਸਿੱਧੂ ਸਾਹਿਬ ਦਾ ਅਸੀਂ ਲਾਗੂ ਕਰਾਂਗੇ ਤਾਂ ਤਾਮਿਲਨਾਡੂ 'ਚ ਲਾਗੂ ਆ। ਜੀ ਜੀ, ਜਿੰਨਾ ਸਟੇਟਾਂ ਦੇ ਕੋਲੇ ਸਿਰਫ ਇੱਕ ਅੱਧਾ ਕੋਈ ਦਰਿਆ ਵਾ ਤਾਂ ਉੱਥੇ 35,000 ਕਰੋੜ ਰੁਪਏ ਕਮਾਉਣ ਰਹੇ ਉੱਥੋਂ, ਤੇ ਅਸੀਂ ਬਣਾਉਂਦੇ 5,000 ਕਰੋੜ ਰੁਪਇਆ। ਜਿਨ੍ਹਾਂ ਕੋਲ 3 ਦਰਿਆ ਸਾਡੇ ਕੋਲ ਹੈਗੇ ਆ, ਜਿੱਥੋਂ ਰੇਤਾ ਨਿਕਲਦੀ ਆ, ਇੱਥੋਂ ਦੀ ਰੇਤਾ ਦਿੱਲੀ ਤੱਕ ਜਾਂਦੀ ਆ, ਵਧੀਆ ਰੇਤਾ ਇੱਥੋਂ ਦੀ ਹੈਗੀ ਆ। ਲੇਕਿਨ ਅੱਜ ਦੀ ਡੇਟ ਦੇ ਵਿੱਚ ਪਾਲਿਸੀ ਨਾ ਬਣਨ ਕਰਕੇ ਲੋਕ ਔਖੇ ਹੋ ਗਏ, ਬੇਰੁਜ਼ਗਾਰ ਹੋ ਗਏ, ਤੇ ਲੋਕਾਂ ਦੇ ਬੱਚੇ ਭੁੱਖੇ ਮਰਦੇ, ਖੋਜ ਕਰਨੀ ਕੀ ਫਿਰ ਖੂਹਾਂ ਵੱਧ ਰਹੀਆਂ ਨੇ ਦਿਨ ਪ੍ਰਤੀ ਦਿਨ, ਜੀ ਕਤਲ ਵੱਧ ਰਿਹਾ ਨੇ, ਲੋਕੀ ਬੂਹੇ ਅੱਗੇ ਜਨਾਨੀ ਬੈਠੀ ਹੁੰਦੀ ਹੈ ਤੇ ਉਹਦੀਆਂ ਕਾਲੀ ਵਾਲੀਆਂ ਲਾ ਕੇ ਭੱਜਣ ਦੇ ਸ਼ਰਮ ਲੱਗ ਜਾਂਦੇ, ਜੋ ਕਰਨਾ ਕਰ ਲਓ ਤੁਸੀਂ। ਤੁਹਾਡੀ ਗੱਲ ਬਿਲਕੁਲ ਠੀਕ ਹੈ, 2 ਬੰਦੇ ਬਿਠਾ ਦਿੱਤੇ ਜਾਣ, ਉਹ ਕਹਿੰਦੀ ਆ ਪਰਚੀ ਲੈ ਜਾਓ, ਆਪਣੀ ਰੇਤਾ ਭਰ ਕੇ ਆ ਜਾਓ, ਇੱਥੇ ਕੰਢੇ ਤੇ ਲਾ ਲਓ, ਜਿੰਨੀ ਬਣਦੀ ਪੈਸੇ ਦੇ ਦਿਓ, ਜਾਓ, ਆ ਸਾਡੇ ਪੈਸੇ ਇੰਨੇ ਜੀ ਪੜੀ ਸਾਹਿਬ। ਤੇ ਜੇ 1200 ਰੁਪਇਆ ਪਰ 100 ਫੁੱਟ ਦੇ ਤੁਸੀਂ ਜਿਹੜੀ ਆ ਉਹਨਾਂ ਨੂੰ ਬਕਾਇਦਾ ਤੌਰ ਤੇ ਗੁੰਡਾ ਫੀਸ ਦੇਣੀ, ਤੇ ਬਾਕੀ ਰਹਿ ਕੀ ਗਿਆ, ਫਿਰ ਉਹ ਕੀ ਵੇਚੂਗੇ ਜਾ ਕੇ ਕੀ। ਜੀ ਸਾਡੇ ਨਾਲ ਨੈਕਸਟ ਕਾਲ ਨੇ ਜੀ। ਸਤਿ ਸ਼੍ਰੀ ਅਕਾਲ ਜੀ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਬਾਈ ਜੀ, ਪੱਟੀ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਤੁਸੀਂ 2 ਖਬਰਾਂ ਸੁਣਾਈਆਂ ਜੀ, ਮੈਂ ਉਹਨਾਂ ਨੂੰ ਬਰਾਬਰ ਆਪਾਂ ਜੇ ਤੋਲੀਏ ਖਬਰਾਂ ਨੂੰ, ਇੱਕ ਤਾਂ ਸੁਣਾਈ ਹੈ ਗੋਇੰਦਵਾਲ ਜੇਲ੍ਹ ਦੀ, ਇੱਕ ਸੁਣਾਈ ਹੈ ਪਟਿਆਲੇ ਜੇਲ੍ਹ ਦੀ। ਉਹ ਜਿਹੜਾ ਸਿਪਾਹੀ ਫੜਿਆ ਉਹ ਲਿਜਾਂਦਾ ਉਹਨਾਂ ਨੇ, ਉਹ ਕਾਨੂੰਨ ਦੇ ਹਿਸਾਬ ਨਾਲ ਗਲਤ ਕਰ ਰਿਹਾ ਸੀ, ਉਹਨਾਂ ਨੇ ਫੜ ਲਿਆ, ਉਹਨੂੰ ਸਜ਼ਾ ਹੋਊਗੀ। ਪਟਿਆਲੇ ਜੇਲ੍ਹ ਦਾ ਜੇਲ੍ਹ ਸੁਪਰਡੈਂਟ ਆਪ ਦੇ ਕਮਰੇ ਦੇ ਵਿੱਚ ਭਾ ਕੇ ਮੀਟਿੰਗ ਕਰਾ ਰਿਹਾ, ਜਿਹੜੀ ਕਾਨੂੰਨ ਦੇ ਤਹਿਤ ਗਲਤ ਆ, ਉਹਦੇ ਉੱਤੇ ਕਾਰਵਾਈ ਨਹੀਂ ਹੋਊਗੀ। ਤੇ ਜਿਹੜੇ ਹਿਸਾਬ ਨਾਲ ਸੁਖਬੀਰ ਬਾਦਲ ਦੀਆਂ ਗੱਡੀਆਂ ਅੰਦਰ ਜਾਂਦੀਆਂ ਸੀ ਕਾਫਲਾ, ਉਹਨਾਂ ਦੀ ਕੋਈ ਚੈਕਿੰਗ ਨਹੀਂ ਹੋਈ। ਹੁਣ ਤੁਸੀਂ ਦੇਖ ਲਓ ਵੀ ਸਿਸਟਮ ਚੱਲੂ ਕਿਵੇਂ। ਜਿਹੜਾ ਜੇਲ੍ਹ ਸੁਪਰਡੈਂਟ ਆ ਉਹ ਆਪਦੇ ਸਿਪਾਹੀਆਂ ਨੂੰ ਕੀ ਮੈਸੇਜ ਦੇ ਰਿਹਾ, ਇਹਨੂੰ ਹੁਣ ਤੁਸੀਂ 2 ਖਬਰਾਂ ਤੁਸੀਂ ਨਤਾਰਾ ਕਰ ਲਓ। ਅਸੀਂ ਸ਼ੁਰੂ ਇੱਥੋਂ ਕੀਤਾ ਸੀਗਾ ਕਿ ਜੇ ਉਹਨਾਂ ਮੀਟਿੰਗ ਕਰਨੀ ਆ, ਮੁਲਾਕਾਤ ਕਰਨੀ, ਜਿਹੜੀ ਆਮ ਕੈਦੀ ਹੁੰਦੇ, ਜੇ ਕਿਤੇ ਜੇਲ੍ਹ ਸੁਪਰਡੈਂਟ ਕਹਿੰਦਾ ਵਾ ਕਿ ਆਮ ਕੈਦੀ ਵਰਗੇ ਉਹਨੂੰ ਕੀ ਕੀਤਾ ਜਾਊਗਾ, ਤੁਸੀਂ ਪਹਿਲਾਂ ਕਿਹਾ ਨਹੀਂ ਗੱਲ ਵੀ ਆਮ ਕੈਦੀ ਦੀ ਮੁਲਾਕਾਤ ਦੇ ਪਰਿਵਾਰ ਹੁੰਦੇ ਆ ਤੇ 3 ਫੁੱਟ ਜਗ੍ਹਾ ਵਿੱਚ ਹੁੰਦੀ ਹੈ, 2 ਪਾਸੇ ਜਾਲੀ ਲੱਗੀ ਹੁੰਦੀ ਹੈ, ਜੀ ਜੀ ਜੀ, ਉੱਚੀ ਬੋਲ ਕੇ ਮੁਲਾਕਾਤ ਕਰਨੀ ਪੈਂਦੀ ਹੈ। ਤੇ ਜੇ ਇਹਨਾਂ ਕੀਤੀ ਤਾਂ ਸਰਕਾਰ ਐਕਸ਼ਨ ਲਵੇ ਜੀ। ਆਪਾਂ ਵੀ ਦੱਸਿਆ, ਆਪਾਂ ਤਾਂ ਜਾਣਕਾਰੀ ਦੇ ਸਕਦੇ ਜਾਂ ਗਲਤ ਹੋ ਰਿਹਾ ਜੀ। ਜੀ ਬਿਲਕੁਲ, ਇਹਨੂੰ ਠੀਕ ਕਰੋ ਜੀ ਜੀ। ਲੈਂਦੇ ਨੈਕਸਟ ਕਾਲ ਔਨ ਦੀ 에ਅਰ ਜੀ, ਲਾਸਟ ਕਾਲ ਫਿਰ ਵਾਈਂਡ ਅਪ ਕਰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਮੈਂ ਪੱਟੀ ਸਾਹਿਬ, ਆਪਾਂ ਰੋਜ਼ ਹੀ ਭਗਵੰਤ ਮਾਨ ਦੀ ਗੱਲ ਕਰਦੇ ਹਾਂ। ਭਗਵੰਤ ਮਾਨ 22 ਦਿਨਾਂ ਚ ਬੰਦਾ ਜੀ ਦੇਖੋ ਫੈਸਲੇ ਲੈ ਸਕਦਾ, ਫੈਸਲੇ ਕਰਕੇ ਉਹਨੂੰ ਇੰਪਲੀਮੈਂਟੇਸ਼ਨ ਕਰਨ ਨੂੰ ਟਾਈਮ ਲੱਗਦਾ। ਹੁਣ ਇੱਕ 70 ਸਾਲ ਦਾ ਜਿਹੜਾ ਆਪਣੇ ਉਹ ਸਿਸਟਮ ਖਰਾਬ ਹੋਇਆ ਪਿਆ, ਕੋਈ 1 ਮਿੰਟ ਚ ਹੋ ਜਾਊਗਾ ਜੀ, ਇਹਨੂੰ ਟਾਈਮ ਲੱਗੂਗਾ ਜੀ। ਆਪਾਂ ਇਹ ਦੇਖੀਏ ਵੀ ਦਾਖਲ ਚੁੱਪ ਕਰੀਏ, ਆਪਾਂ ਦਾਖਲ ਦੇ ਦਈਏ, ਆਪਾਂ ਨੂੰ ਜੋ ਮਰਜ਼ੀ ਕਰੀਏ, ਕੋਈ ਨਹੀਂ 10 ਸਾਲ ਦੀ ਗੱਲ ਨਹੀਂ, ਕੋਈ 2 4 6 ਮਹੀਨੇ ਕੋਈ ਅਫਸਰ ਤੌਰ ਤੇ ਕੇਜਰੀਵਾਲ ਸਾਹਿਬ ਨੂੰ ਸੁਣੋ ਵੀ ਜਿੱਦਾਂ ਦਿੱਲੀ ਚ ਅਸੀਂ ਇੰਪਲੀਮੈਂਟ ਪਹਿਲੀ ਮੀਟਿੰਗ ਕੀਤਾ, ਉਹਦਾ ਪੰਜਾਬ ਚ ਕਰਾਂਗੇ ਅਸੀਂ। ਉਹ ਸਰ ਜੀ ਉਹ ਦੇਖੋ ਪਤਾ ਕੀ ਹੈ, ਇਹ ਰੋਜ਼ ਆਪਾਂ 22 ਦਿਨ ਦੇ ਵਿੱਚ ਆਪਾਂ ਐਡੀਆਂ ਐਕਸਪੈਕਟੇਸ਼ਨਾਂ, ਦੇਖੋ ਕੁਛ ਟਾਈਮ ਲੱਗੂਗਾ, ਹੋਊਗਾ, ਆਪਾਂ ਨਹੀਂ ਹੋਊਗਾ ਆਪਾਂ ਕੰਡੈਮ ਆਪਣਾ ਕੰਮ ਹੈ ਕਰਾਂਗੇ, ਪਰ ਇਹ ਨਹੀਂ ਛੇਤੀ ਨਾ ਦੂਆ ਕਹਿੰਦੇ ਆਪਾਂ ਉਹਨਾਂ ਦੇ MLA ਨੇ ਜਾ ਕੇ ਰੇਡ ਕਿਹਨੇ ਕੀਤੀ ਹੈ, ਉਹ ਗਏ ਨੇ ਉੱਥੇ, ਉਹਨਾਂ ਨੂੰ ਕਿਹਾ ਭਾਈ ਆਪਣਾ ਠੀਕ ਠਾਕ ਕਰੋ, ਲੋਕਾਂ ਨੂੰ ਉਹ ਕਰੋ, ਇਹ ਤੇ ਚਲੋ ਮਿਲਵਰਤਨ ਜਾ ਕੇ ਪਤਾ ਲੱਗੇ ਵੀ ਲੋਕਾਂ ਨੂੰ ਚਲੋ ਠੀਕ ਹੈ। ਥੋੜੀ ਜਿਹੀ ਤੁਸੀਂ ਵੀਰ ਜੀ ਕਿਹੜੀ ਗੱਲ ਕਰਦੇ ਹੋ, ਇੱਕ MLA ਜਗ੍ਹਾ ਤੁੰਨ ਕੇ ਰੱਖ ਦੋ, ਤੁੰਨ ਕੇ ਕਰਨ ਨੂੰ ਉਹ ਤੋਂ ਬਾਅਦ ਉਹਨੂੰ
ਹੁਣ ਸਾਰਿਆਂ ਨੇ ਜੇ ਕੋਈ ਕਿਤ ਵਿੱਚ ਮਾੜਾ ਮੋਟਾ ਕਿ ਨਹੀਂ ਉਹਨੂੰ ਪਤਾ ਸੀ ਜਾਂ ਅਕਲ ਨਹੀਂ ਜੀ, ਉਹਨੂੰ ਜਦੇ ਤੋਂ ਬਾਅਦ ਸਾਰੇ ਜਦੇ ਕੀਤਾ ਨਾ, ਜਦੇ ਸਾਰਿਆਂ ਨੇ ਉਹਨੂੰ ਟੋਕ ਕੇ ਜਦੇ ਉਹਨੂੰ ਸਾਰੇ ਸਮਝਾਇਆ ਕਿ ਨਹੀਂ ਵੀ ਭਾਈ ਇਹ ਨਹੀਂ ਤੂੰ ਕਰ ਸਕਦਾ, ਜੇ ਨਵਾਂ ਬੰਦਾ ਤਾਂ ਗਲਤੀ ਵੀ ਹੋ ਸਕਦੀ ਹੈ। ਓਕੇ ਜੀ, ਚਲੋ ਵੀਰ ਜੀ ਤੁਹਾਡੀ ਆਪਣੀ ਸੋਚ, ਸਾਡਾ ਕੰਮ ਲੋਕਾਂ ਨੂੰ ਜਾਣਕਾਰੀ ਦੇਣਾ। ਕੋਈ ਗੱਲ ਨਹੀਂ, ਕਰਨਾ ਕੀ ਕਰਨਾ, ਸਾਡੇ ਕੋਲ ਜਿਹੜੀ ਇਨਫੋਰਮੇਸ਼ਨ ਹੁੰਦੀ ਅਸੀਂ ਸਾਂਝੀ ਕਰਾਂਗੇ ਆਪਸ ਵਿੱਚ ਜੀ। ਲਾਸਟ ਕਾਲ ਬੜੀ ਸਾਹਿਬ, ਆਪਾਂ ਵਾਈਂਡ ਅਪ ਕਰਦੇ ਗੱਲਬਾਤ ਨੂੰ। ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਸਰ, ਮੈਂ ਹੀ ਚਾਵਲਾ ਜੀ। ਹਾਂਜੀ ਤੁਸੀਂ ਹੋ ਜੀ। ਹਾਂਜੀ ਭੱਟੀ ਸਾਹਿਬ, ਮੈਂ ਇੱਕ ਗੱਲ ਕਹਿਣੀ ਭੁੱਲ ਗਿਆ ਸੀ। ਉਹ ਸਰ ਇਹ ਆ ਵੀ ਇੱਕ ਨਾ ਜਿਸ ਤਰ੍ਹਾਂ ਇੱਕ ਆਮ ਹੀ ਗੱਲ ਸੋਸ਼ਲ ਮੀਡੀਆ ਤੇ ਵੀ ਜਾਂ ਆਪਣਾ ਏਦਾਂ ਜੀ 10 ਦਿਨਾਂ ਚ ਬੰਦਾ ਕੀ ਕਰ ਦਵੇ, ਟਾਈਮ ਦੇਣਾ ਚਾਹੀਦਾ, ਮੰਨਦੇ ਹਾਂ, ਐਗਰੀ। ਬਟ ਚੱਕਰ ਹੈ ਨਾ, ਅਸੀਂ ਜਾਂ ਤੁਸੀਂ ਇਹ ਸਵਾਲ ਤੇ ਕਦੀ ਇਹਦਾ ਸਵਾਲ ਕੀਤੇ ਕਿ ਉਹਨੇ ਆਹ ਕੰਮ ਕਿਉਂ ਨਹੀਂ ਕੀਤਾ। ਹਾਲੇ ਉਹਨਾਂ ਸਵਾਲ ਤਾਂ ਸਰ ਜੀ ਉਹ ਹੋ ਰਿਹਾ ਜਿਹੜੇ ਉਹ ਕੰਮ ਕਰ ਰਿਹਾ, ਉਹ ਵੀ ਤਾਂ ਇਮੀਡੀਏਟਲੀ ਕਰ ਹੀ ਰਿਹਾ, ਜਿਹੜੇ ਫੈਸਲੇ ਲੈ ਰਿਹਾ ਉਹ ਪੰਜਾਬ ਦੇ ਅਗੇਂਸਟ ਜਾਂ ਮਤਲਬ ਕਿ ਆਪਣੇ ਜਾਂ ਜਿੱਥੇ ਉਹ ਬੋਲ ਨਹੀਂ ਰਿਹਾ ਉਹ ਵੀ ਤਾਂ ਉਹ ਇਮੀਡੀਏਟਲੀ ਹੀ ਕਰ ਰਿਹਾ। ਜਿਹੜੀ ਕਿ ਉਹ ਨਹੀਂ ਆਪਣੇ ਗਲਤ ਕਰ ਰਿਹਾ, ਹਾਲ ਤਾਂ ਉਸ ਦੇ ਖਿਲਾਫ ਉਠਾ ਰਹੇ ਆ ਸਵਾਲ। ਇਹ ਨਹੀਂ ਉਠਾ ਰਿਹਾ ਵੀ ਤੂੰ ਉਹ ਕੰਮ ਕਿਉਂ ਨਹੀਂ, ਆਹ ਕਿਉਂ ਨਹੀਂ ਕਰ ਰਿਹਾ। ਮੰਨਦੇ ਆ ਵੀ ਉਸ ਚੀਜ਼ ਨੂੰ ਟਾਈਮ ਲੱਗਦਾ, ਠੀਕ ਹੈ ਨਾ ਜੀ, ਲੇਕਿਨ ਉਸ ਚੀਜ਼ ਨੂੰ ਪਾਸੇ ਛੱਡ ਕੇ ਸਵਾਲ ਉਹ ਸਿਰਫ ਜਿੱਦਾਂ ਮੈਂ ਕਿਹਾ ਵੀ ਸਵਾਲ ਤਾਂ ਭੱਟੀ ਸਾਹਿਬ ਨੇ ਵੀ ਜਿੰਨੀ ਅੱਜ ਤੱਕ ਗੱਲ ਕੀਤੀ ਉਹੀ ਆ ਵੀ ਭਗਵੰਤ ਮਾਨ ਆਹ ਗਲਤ ਗੱਲ ਕਰ ਰਿਹਾ, ਉੱਥੇ ਆ ਬੋਲ ਕਿਉਂ ਨਹੀਂ ਰਿਹਾ, ਉਹ ਕੇਜਰੀਵਾਲ ਦੇ ਪੈਰਾਂ 'ਚ ਕਿਉਂ ਡਿੱਗ ਰਿਹਾ, ਉਹਨਾਂ ਦੇ ਖਿਲਾਫ ਕਿਉਂ ਨਹੀਂ ਬੋਲ ਰਿਹਾ। ਇਹ ਚੀਜ਼ਾਂ ਉਹ ਵੀ ਤਾਂ ਇਮੀਡੀਏਟਲੀ ਕਰ ਰਿਹਾ, ਉਹਦੇ ਲਈ ਤਾਂ ਉਹ ਸਮਾਂ ਨਹੀਂ ਮੰਗ ਰਿਹਾ। ਸੋ ਇਸ ਕਰਕੇ ਬਸ ਇਹ ਕਹਿਣਾ ਚਾਹੁੰਦਾ ਜੀ। ਬਹੁਤ ਬਹੁਤ ਧੰਨਵਾਦ, ਥੈਂਕ ਯੂ ਸੋ ਮਚ ਜੀ। ਭੱਟੀ ਸਾਹਿਬ ਕਲੋਜ਼ਿੰਗ ਰਿਮਾਰਕਸ ਦੇਣਾ ਚਾਹੋ ਤੁਸੀਂ। ਦੇਖੋ ਜੀ ਬਿਲਕੁਲ ਠੀਕ ਕਿਹਾ ਉਹਨਾਂ ਨੇ ਵੀ ਅਸੀਂ ਤੇ ਇਹ ਗੱਲ ਨਹੀਂ ਕਹੀ ਵੀ ਉਹ ਕਿਉਂ ਨਹੀਂ ਕਰ ਸੀ, ਕਿਹਾ ਵੀ ਇਹ ਗਲਤ ਕਰ ਰਿਹਾ। ਬਿਲਕੁਲ 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 ਬਿਲਕੁਲ, ਇਹ ਗਲਤ ਨਹੀਂ ਹੋਣੀ ਚਾਹੀਦੀ, ਸਹੀ ਕਰੋ। ਜੇ ਅਸੀਂ ਸਹੀ ਕਹਿਣ ਦੀ ਗੱਲ ਕਰਦੇ ਸੀ, ਗਲਤ ਕੀ ਕੀਤਾ ਜੀ। ਅਸੀਂ ਤੇ ਪਹਿਲੇ ਦਿਨ ਤੋਂ ਕਿਹਾ ਸੀ ਵੀ 6 ਮਹੀਨੇ ਭਗਵੰਤ ਮਾਨ ਨੂੰ ਟਾਈਮ ਦੇਣਾ ਚਾਹੀਦਾ, ਪਈ ਤੂੰ ਆਪਣਾ ਸਾਰਾ ਸੈਟਲ ਕਰਨਾ ਸਭ ਕੁਝ। ਡੇ 1 ਤੋਂ ਕਹਿ ਰਹੇ ਦੇਣਾ ਚਾਹੀਦਾ ਟਾਈਮ ਜੀ, ਡੇ 1 ਅਸੀਂ ਕਹਿੰਦੇ ਪਰ ਗਲਤ ਨਾ ਕਰੋ, ਸਹੀ ਕਰੋ। ਜਿਹੜੇ ਤੁਸੀਂ ਕਮਿਟਮੈਂਟ ਕੀਤੀ ਸਹੀ ਕਰੋ ਤੁਸੀਂ ਜੀ। ਮੈਂ ਉਹੀ ਗੱਲ ਸਹੀ ਕੀਤੀ ਵੀ ਅੱਜ ਦੀ ਡੇਟ ਸਿਰਫ ਭਗਵੰਤ ਮਾਨ ਹੀ ਹੈ, ਕਿਸੇ ਮੰਤਰੀ ਕੋ ਕੋਈ ਪਾਵਰ ਨਹੀਂ ਹੈਗੀ। ਜਾਈਦਾ ਉਹ ਹੱਥ ਜੋੜਦੇ ਭਾਜੀ, ਬਹੁਤ ਮਾੜੀ ਹਾਲਤ ਹੈ, ਵਕਤੀ ਵਾਸਾ ਰੋਕ ਨਹੀਂ ਦੇਗਾ। ਚਿੱਟੇ ਹੱਥੀ ਦੇ ਰੱਖੇ, ਗੱਡੀਆਂ ਦੇਤੀਆਂ ਤੁਸੀਂ, ਨੋਵਾ ਦੇ ਲੈ ਕੇ ਤੇਲ ਦਿੱਤਾ, ਗਨਮੈਨ ਦਿੱਤੇ, ਚਿੱਟੇ ਹੱਥੀ ਬੈਠੇ ਨੇ ਸਰ ਜੀ। 1-2 MLA ਹੈਗੇ ਆ ਜਿਹੜੇ ਕਹਿੰਦੇ ਵੇਖੀ ਜੋ ਯਾਰ MLA ਸਾਡੇ ਕੋਲ 500 ਫੋਨ ਕੋਈ ਨਾ ਕੋਈ, ਅਸੀਂ ਲੋਕਾਂ ਦੇ ਕੰਮ ਕਰਾਂਗੇ, ਅਸੀਂ ਫੋਨ ਵੀ ਕਰਾਂਗੇ, ਹੈਗੇ MLA ਜੀ, ਇਹ ਨਾ ਲਵਾਂਗੇ ਤੇ ਉਹਨਾਂ ਦਾ ਜ਼ਰੂਰ ਲਵਾਂਗੇ। ਆਲਰਾਈਟ ਭੱਟੀ ਸਾਹਿਬ, ਟਾਈਮ ਦੇਣ ਵਾਸਤੇ ਬਹੁਤ ਬਹੁਤ ਧੰਨਵਾਦ। ਕੱਲ ਦੇ ਪ੍ਰੋਗਰਾਮ ਦੇ ਵਿੱਚ ਮੁਲਾਕਾਤਾਂ ਹੋਣਗੀਆਂ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ।